ਯਾਰ ਮੈਂ ਕੋਈ ਫੋਟੋਸ਼ਾਪ ਦਾ ਕੰਮ ਕਰਦਾ। ਅਸੀਂ ਤੁਹਾਡੇ ਤੇ ਯਕੀਨ ਹੀ ਨਹੀਂ ਕਰਦੇ। ਇੰਜ ਸਕੈਨ ਲਾਓ, ਸਾਡੇ ਸਾਹਮਣੇ ਰੱਖੋ ਤਾਂ ਅਸੀਂ ਮੰਨਣਾ ਹੈ। ਸਕੈਨ ਲਾਓ ਤੁਸੀਂ, ਲਾਓ ਵੀ ਮੌਲਵੀ, ਸਾਡੀ ਵੱਡੀ ਗੱਲ ਕਰ। ਲਾਓ ਵੀ ਮੌਲਵੀ, ਕਿਤੇ ਕਿਤੇ ਕੋਲ ਹੈ ਸਕੇਨ ਉਹਦਾ, ਦੋਵਾਂ ਦਾ ਪਿਓ ਪੁੱਤਰ ਦਾ ਲਾਓ। ਸਕੈਨ ਲਾਓਗੇ ਤੇ ਗੱਲ ਹੋਏਗੀ, ਅੱਗੇ ਗੱਲ ਨਹੀਂ ਟੁਰੇਗੀ। ਕਾਲੇ ਮੂੰਹ ਵਾਲੇ ਤਾਂ ਮੈਂ ਲੱਭ ਕੇ ਲਾਣਾ, ਦੂਜੇ ਮੈਨੂੰ ਤਾਂ ਕੋਈ अस्सलामुअलैकुम ਲੱਭਣੀ ਹੈ। वरहमतुल्लाह। ਵਾਲੇकुम ਸਲਾਮ ਵਰਹਿਮਤੁल्लाहि ਵਬਰਕਾਤੁਹ। ਉਹ ਮੇਰਾ ਪਤਰੀਆ ਆਇਆ, ਮੇਰਾ ਪਤਰੀਆ ਮੇਰਾ ਡਰਾਈਵਰ। ਇਹਦਾ ਮੱਥਾ ਚੁੰਮੋ, ਇਹਦੀ ਅੱਜ ਬੜੀ ਕਲਾਸ ਲੱਗੀ ਜੇ। ਯਕੀਨ ਕਰੋ ਸ਼ਾਹ ਜੀ ਨੇ ਨੂੰ ਅੱਜ ਐਸੇ ਲਫ਼ਜ਼ਾਂ ਨਾਲ गायब ਸਮਝਾਇਆ, हो। ਜ਼ਿੱਲੀ ਬਰੂਜ਼ੀ ਤੌਰ ਤੇ ਬੈਠੇ ਜੀ। क्या बात है, क्या बात है। ਸਾਰੇ ਤੱਕੋ 9 ਬੰਦੇ ਆ ਸਕਣੇ ਪੈਨਲ ਤੇ ਯਾਰ ਪੀਰ ਸਾਹਿਬ ਕਿਉਂ ਨਹੀਂ ਆ ਰਹੇ ਉੱਤੇ? ਇਹ ਜ਼ਿੰਦਾ ਕਰਾਮਤ ਹੈ, ਜ਼ਿੰਦਾ ਕਰਾਮਤ। ਇਹ ਮੌਜਜ਼ਾ ਹੈ ਪਤਰੀਆ ਜ਼ਿੰਦਾ ਕਰਾਮਤ, ਮੌਜਜ਼ਾ। ਇਹ ਨਿਸ਼ਾਨ ਮਿਰਜ਼ਾ ਸਾਹਿਬ ਕਰਾਮਤ ਅਸਾਂ ਨਹੀਂ ਹੈ ਤੇ ਜਿਹੜੇ ਮਿਰਜ਼ਾ ਸਾਹਿਬ ਨਾਮ ਵੀ ਚੁੱਕੇ ਤਰ੍ਹਾਂ ਆ ਗਏ। ਨਹੀਂ ਉਹਨਾਂ ਦੀ ਢੋਲਾ ਤੇ ਮੈਂ ਆ ਇਕੱਠੇ, ਜ਼ਮਾਨਾ ਭਾਵੇਂ ਸੜਦਾਰ ਵੇ। ਸੁਰ ਬੜੀ ਹੈ ਤੇਰੀ, ਮਿਰਾਸੀ ਤੇ ਨਹੀਂ ਕਿ ਨਹੀਂ? ਆ ਹੋਈਆਂ ਢੋਲਾ ਤੇ ਮੈਂ ਇਕੱਠੇ। नजफ साहब तो बेशक मुकाबला ला लो। ਮੈਨੂੰ ਵੀ ਇਹਦਾ ਸ਼ੱਕ ਪੈ ਗਿਆ, ਜਿਵੇਂ ਇਹਨੇ ਨਾਂ ਲਿਆ। ਉਹ ਢੋਲਾ ਓਏ ਮਰਾਸੀ ਨਹੀਂ, ਇਕੱਠੇ। ਖਾਨ ਸਾਹਿਬ ਕਹੀ ਨਾ, ਖਾਨ ਸਾਹਿਬ। ਹਾਂ, ਖਾਨ ਸਾਹਿਬ, ਹਾਂ, ਛੋਟੇ ਖਾਨ ਸਾਹਿਬ, ਵੱਡੇ ਖਾਨ ਸਾਹਿਬ। ਇਹ ਹਰ ਬੰਦੇ ਦੀ ਹਾਇਸ਼ ਹੁੰਦੀ तेनू ਉਸਦਾਰ तेनू कहना पेगा मोटे मोटे खान साहब। ਕਿਉਂ ਮੈਂ ਇਹਨਾਂ ਨੂੰ ਕਹਿਣਾ- ਮੈਂ ਮੋਟਾ? ਇਹਨਾਂ ਨੂੰ ਕਹਿਣਾ ਪੜੇ, ਇਹਨਾਂ ਨੂੰ ਕਹਿਣਾ ਪਏਗਾ 85 ਕਿਲੋ ਵਜ਼ਨ ਹੈ, 1 ਮੀਟਰ ਤੇ 90 ਮੇਰੀ ਹਾਈਟ ਹੈ। ਇਮਰਾਨ ਸ਼ਾਹਦ ਫਤਿਹ ਦੀ भाई, 85 ਕਿਲੋ तू ਜ਼ਿਆਦਾ मैं दस तू मैं दस तेरी वेस्ट कितनी है हुण पता लग जाएगा। ਓਏ ਨਾ ਮੇਰਾ ਵੇਲਾ ਹਵਾਲਾ ਦੇ ਕੇ ਨਾ ਮੇਰਾ ਮੂੰਹ ਬੰਦ ਕਰ ਦਿੱਤਾ ਹੀ ਆ। ਇਹ ਕੀ ਗੱਲ ਹੋਈ ਬਈ? ਇਹਨੂੰ ਡਿਫਾਈਨ ਵੀ ਕਰੋ ਜੀ। ਜ਼ਿਆ ਬਾਈ ਲੱਭ ਗਈ ਜੇ। ਨਜਬ ਬੋਲੋ ਅਬਾਸ ਜੀ। ਯਾਰ ਜਿਹੜੀ ਸਾਹਮਣੇ ਸ਼ੈ ਨਜ਼ਰ ਆ ਰਹੀ ਉਹਨੂੰ ਵੀ ਹੁਣ ਡਿਫਾਈਨ ਕਰਨਾ ਪਏਗਾ। ਮੈਂ ਨਹੀਂ ਮੰਨਣਾ ਇੰਜ, ਇਹ ਤੁਸੀਂ ਆਪਣੇ ਕੋਲੋਂ ਕਰ ਰਹੇ ਹੋ। ਤੁਸੀਂ आमर ਜਿਹੜਾ भाई ਨਾ कितने गायब होंदे ने? आमर भाई विचों जोश लग नहीं रहा, कितने गायब ਉਹ ने? ਖਰਾਬ ਨੇ। ਨਜਫ ਅਬਾਸ ਤੈਨੂੰ ਨਹੀਂ ਆ ਰੂਹਾਨੀ ਗੱਲਾਂ ਦੀ ਸਮਝ ਆਣੀ। ਇਹ ਲਾਮੀ ਤੋਰ ਹੈ। ਸਮਝਾਓ ਉਹ ਨਾ- ਮੈਨੂੰ ਨਹੀਂ ਮੈਨੂੰ ਨਹੀਂ ਪਤਾ। ਤੁਸੀਂ ਇਸ ਤਿਆਰੇ ਦੇ ਰੰਗ 'ਚ नजफ साहब आजकल आमर भाई कितने गायब ने यार, नजर नहीं आ रहे, बहुत कट ਯਾਰ ਅਸੀਂ ਟਵਿੱਟਰ ਸਪੇਸ ਤੇ ਹੁੰਨੇ ਆ। ਤੈਨੂੰ ਪੱਪੂ ਅਸੀਂ ਇੱਥੇ ਹੀ ਛੱਡ ਦਿੱਤਾ ਹੈ। ਤੈਨੂੰ ਸਪੇਸ ਦਾ ਲਿੰਕ ਹੀ ਨਹੀਂ ਦੇਣਾ ਅਸਾਂ। यार पप्पू दे हाथ बड़े लंबे ने, तुसी ਮੈਨੂੰ ਤੁਹਾਡੇ ਤੋਂ ਪਹਿਲੇ ਮੇਰੇ ਕੋਲ ਲਿੰਕ ਆਇਆ ਹੋਇਆ, ਲੇਕਿਨ ਮੈਂ ਆਪੇ ਟਵਿੱਟਰ ਤੇ ਜੁਆਇਨ ਕੀਤਾ। ਇਹਦੇ ਵਾਕਿਆ ਜੀ ਹੱਥ ਲੰਮੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਗੱਲ ਬਾਤ ਅਗਲੀ ਵਾਰ ਮੈਂ ਨਹੀਂ ਦੱਸਣੀ। ਕੱਲ ਮੈਨੂੰ ਕਿਸੇ ਬੰਦੇ ਨੇ ਲਿੰਕ ਸੈਂਡ ਕੀਤਾ ਹੈ ਤੇਰੀ ਕਿ ਕੰਡ ਪਿੱਛੇ ਫੁੱਟ ਦੂਰ ਲੋਟਾ ਪਿਆ ਹੋਵੇ ਨਾ, ਤੇਰੇ ਕੋਲ ਉਹ ਨਹੀਂ ਫੜਨ ਹੁੰਦਾ ਜਿੱਦੇ ਤੇਰੇ ਲੰਮੇ ਹੱਥ ਨੇ। नहीं, इसके हाथ ऊपर तक दिल्ली तक जाते हैं। इसके हाथ दिल्ली तक। ਹਕੀਮ ਨੂਰੁद्दीन ਹੋ ਗਿਆ। ਹਕੀਮ ਨੂਰੁद्दीन, ਓਕੇ ਐਂਡ ਵਾਟ ਅਬਾਊਟ ਬਸ਼ੀਰੁद्दीन? बशीरुद्दीन, नजीरुद्दीन। ਨੂਰੁद्दीन ਤੇ ਜਿਹੜਾ ਖਲੋਤਾ ਹੈ ਤਸਵੀਰ ਦੇ ਵਿੱਚ, ਇਹ ਵੇ ਕਸੂਰੁद्दीन। ਹਕੀਮ ਬਸ਼ੀਰੁদ্दीन ਉਹੀ ਸਨ ਨਾ ਜਿਨ੍ਹਾਂ ਦੇ ਮਿਰਜ਼ਾ ਸਾਹਿਬ ਦੇ ਘਰ ਵਾਲੀ ਕਹਿੰਦੀ ਸੀ ਕਿ ਮੈਂ ਆਪਕੀ ਲੋਂਡੀ ਹੂੰ। ਉਹ ਨੂਰੁद्दीन ਓਏ, ਨਹੀਂ ਉਹ ਨੂਰੁद्दीन ਸੀ। ਅੱਛਾ ਹਕੀਮ ਨੂਰੁद्दीन, ਅੱਛਾ ਉਹ ਨੂਰੁद्दीन ਸੀ। ਅੱਛਾ ਬਸ਼ੀਰੁद्दीन ਜਿਹੜਾ ਹੋਵੇ ਨਾ, ਬਸ਼ੀਰੁद्दीन ਇਹ ਉਹ ਸੀ ਜਿਹਦੇ ਉੱਤੇ ਇਲਜ਼ਾਮ ਲੱਗਾ ਸੀ ਆਪਣੀ ਸਗੀ ਧੀ ਦੇ ਨਾਲ ਮੂੰਹ ਕਾਲਾ ਕਰਨ ਦਾ। ਯਾਰ ਤੁਸੀਂ ਕਿਉਂ ਮਤਲਬ ਤੁਸੀਂ
ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਇਲਜ਼ਾਮ ਲਾਉਂਦੇ ਹੋ, ਤੁਸੀਂ ਇਲਜ਼ਾਮ ਲਾਉਂਦੇ ਹੋ, ਮੈਂ ਨਹੀਂ ਤੁਹਾਨੂੰ ये ਮੰਨਦਾ। फिर ਬੜੇ खानदानी ਅਫਸੋਸ काम ਦੀ ਗੱਲ ਨਹੀਂ ਨਜਫ ਸਾਹਿਬ ਇਹਨਾਂ ਦਾ ਕੋਈ ਖਲੀਫਾ ਬੱਚਾ ਵੀ ਹੈ ਇਲਜ਼ਾਮ ਤੋਂ ਇਹ ਮਿਰਜ਼ਾ नहीं है ਮਿਰਜ਼ਾ ਸ਼ਫੀਕ यकीन करो इतना फिर खानदानी ही काम कर देना ਨਹੀਂ ਨਹੀਂ ਨਜਫ ਸਾਹਿਬ ਇਹਨਾਂ ਦਾ ਕੋਈ ਖਲੀਫਾ ਬੱਚਾ ਵੀ ਹੈ ਵੇ ਇਸ ਇਲਜ਼ਾਮ ਤੋਂ ਨਹੀਂ ਬੱਚਿਆ तले कगला जड़ लिख रहा है ये जो गोद में है ये पप्पू का नाना है ਹਾਂ ਨਹੀਂ ਮਲਿਕ ਇਮਰਾਨ ਪੁੱਤਰ ਜੀ ਮੇਰਾ ਨਾਨਾ ਹੈ ਜਾਂ ਨਹੀਂ ਤੇਰਾ ਨਾਨਾ ਹੈ ਸੀ ਇਹਨਾਂ ਦੀ ਗੋਦ ਵਿੱਚ ਖੇਡਦਾ ਰਿਹਾ ਤੇਰਾ ਨਾਨਾ ਅੱਛਾ ਇਹ ਆ ਗਿਆ ਬਸ਼ੀਰੁਦੀਨ, ਇਹਦੀ ਸਿਰਫ ਇਹਦੀ ਸਿਹਤ ਮੋਟੀ ਹੈ ਲੇਕਿਨ ਮੁਹਾਂਦਰਾ ਕਾਫੀ हद तक मिलता। नहीं नजर अजमाल साहब मैंने आपसे क्वेश्चन पूछा है बड़ा सीरियस, इनके कोई ऐसा खलीफा है जिन पे इल्जाम ना लगा हो भाई ये ज़िना का या बच्चियों के साथ? ये लगते रहते अपनी हैं बच्ची इल्जाम। वाले यार हले मां ने कोई ऐसा जम्मिया नहीं जिहदे ते इल्जाम ना लगा है। भाईजान ये नीचे कोई बंदा बोल क्या वो इल्जाम ही था या हकीकत भी? सारी हकीकत थी यानी ये तो अल्लाह बेहतर जानते हैं, हम तो इल्जाम ही कहेंगे, हमने देखा तो नहीं है ना। अब हमारे मौलवियों पे आए दिन इल्जाम लगे रहते हैं तो हमें क्या पता सच है कि झूठ है। ਪੱਪੂ ਮਾਲਿਕ ਗੱਲ ਸੁਣ मौलवियों ले जाओ। मौलवी ये बात चढ़ू है मौलवियां देते ਮਾਲਿਕ ਇਮਰਾਨ ਇੱਕ ਮਿੰਟ ਚੁੱਪ ਕਰੋ। ਮਿਰਜ਼ਾ ਸ਼ਫੀਕ ਅਹਿਮਦ ਜਿਹੜੇ ਸਨ ਨਾ, ਮਿਰਜ਼ਾ ਸ਼ਫੀਕ ਅਹਿਮਦ ਇਹਨਾਂ ਦੇ ਖਾਨਦਾਨ ਦੇ ਕਾਫੀ ਕਰੀਬ ਸਨ ਤੇ ਇਹਨਾਂ ਦੇ ਘਰ ਦੇ ਜਿਹੜੇ ਬੱਚੇ ਸਨ ਨਾ ਉਹਨਾਂ ਦੇ ਅਤਾਲੀਕ ਯਾਨੀ ਟੀਚਰ ਸਨ, ਠੀਕ ਹੈ। ਇਹ ਉਹਨਾਂ ਦੀ ਗਵਾਹੀ ਹੈ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਬਸ਼ੀਰੁਦੀਨ ਨੂੰ ਆਪਣੀ ਬੇਟੀ ਦੇ ਨਾਲ ਜਿਹੜਾ ਵੇ ਮੂੰਹ ਕਾਲਾ ਕਰਦਿਆਂ ਵੇਖਿਆ ਹੈ। ਮਿਰਜ਼ਾ ਸ਼ਫੀਕ ਅਹਿਮਦ ਨਾ ਭਾਵੇਂ ਯਾਦ ਰੱਖ ਲੈ। अस्तगफिरुल्लाह, ओ मेरे मौला माफ़ कर, मेरे मौला माफ़ कर, तेरी ज़ात बड़ी गफूर रही है। वाकई अल्लाह की कसम बड़ा शौकीन है। ਮਿਰਜ਼ਾ ਸ਼ਫੀਕ ਅਹਿਮਦ ਸਾਹਿਬ ਦਾ ਇੱਕ ਹੋਰ ਮੈਨੂੰ ਉਹਨਾਂ ਦੀ ਕਿਤਾਬ ਦੇ ਵਿੱਚ ਇਕਤਬਾਸ ਯਾਦ ਆਉਂਦਾ ਪਿਆ ਕਿ ਉਹਨਾਂ ਨੇ ਫਿਰ ਅੱਗੇ ਲਿਖਿਆ ਵੇ ਕਿ ਮੈਨੂੰ ਅਸਲ ਜਿਹੜਾ ਸ਼ੌਕ ਹੈ ਨਾ ਉਹ ਇਸ ਚੀਜ਼ ਦੇ ਉੱਤੇ ਨਹੀਂ ਸੀ ਹੋਇਆ, ਠੀਕ ਹੈ। ਅਸਲ ਸ਼ੌਕ ਮੈਨੂੰ ਇਸ ਚੀਜ਼ ਦੇ ਉੱਤੇ ਹੋਇਆ ਸੀ ਕਿ ਜਦੋਂ ਉਹ ਬੱਚੀ ਉੱਠੀ ਹੈ ਨਾ ਤੇ ਉਹਦੀ ਕਮਰ ਦੇ ਨੀਚੇ ਕੁਰਾਨ ਪਾਕ ਦਾ ਮੁਸਹਫ ਜਿਹੜਾ ਸੀ ਉਹ ਪਿਆ ਸੀ ਤੇ ਇਸ ਸ਼ੌਕ ਦੀ ਵਜ੍ਹਾ ਤੋਂ, ਇਸ ਸਦਮੇ ਦੀ ਵਜ੍ਹਾ ਤੋਂ ਮੇਰੇ ਸਾਰੇ ਜਿਸਮ ਦੇ ਬਾਲ ਜਿਹੜੇ ਸਨ ਉਹ ਉਤਰ ਗਏ ਸਨ। ਤੇ ਮੈਂ ਤੁਹਾਨੂੰ ਇੱਕ ਹੋਰ अस्तगफिरुल्लाह ਅੱਜ यार। ਤੋਂ ਇਹ 2-3 ਸਾਲ ਪਹਿਲੇ ਤੱਕ ਜਿਹੜਾ ਵੇ ਨਾ ਮੈਂ ਖੁਦ ਇਸ ਚੀਜ਼ ਦਾ ਕਾਇਲ ਸਾਂ ਕਿ ਇਹ ਮੁਖਾਲਿਫੀਨ ਜਮਾਤ ਨੇ ਜਿਹੜਾ ਵੇ ਨਾ ਕਈ ਗੱਲ ਐ ਇਹ ਵਾਕਈ ਗੱਲ ਐ ਸੀ ਜੋ ਨਿਦਲ ਨਸਰ ਦੀ ਆਡੀਓ ਵੇ ਨਾ ਉਹ ਵੀ ਇਸ ਚੀਜ਼ ਦਾ ਬਈਨ ਸਬੂਤ ਹੈ। मतलब यार पीढ़ी दर पीढ़ी ऐसी चीजें आ रही हैं नहीं यार, और इतना सिकंदर भाई आप बंदे मिक्स कर रहे हैं। अगर नजफ या मुर्तज़ा वान भाई के साथ आपका है कांटेक्ट तो आप उनसे दोनों किताबें ले लें। वो जो गवाही आप बता रहे हैं वो शफीक मिर्ज़ा साहब की नहीं है बल्कि फितना इनकार ख़त्म नबूवत दिखने वाले मिर्ज़ा मोहम्मद हुसैन साहब की है जो उनके रिश्तेदार भी थे और मामू भी लगते थे। शफीक मिर्ज़ा साहब ने और किताब लिखी हुई है जो गवाही आप दे रहे हैं ये फितना इनकार ख़त्म नबूवत के अंदर है और ये वो हुसैन साहब ने देखी हुई है ना कि शफीक मिर्ज़ा साहब ने। हाँ हो सकता है वो नाम मेरे से गड़बड़ हो गए हो लेकिन बहरहाल ये गवाही जो है ना ये इनकी जो यहाँ पे लोग रिकॉर्डिंगें करते हैं इसलिए आपको सिर्फ बताया कि लोग रिकॉर्डिंगें करते हैं। वो दोनों किताबें हैं, अगर आप चाहेंगे तो नजफ से ले लें दोनों किताबें। कौन कौन सी वाली है अपना जैसे जो है ना नाम आगे पीछे हो गए हों क्योंकि ये दोनों किताबें मैंने बहुत अरसा पहले पढ़ी हुई हैं, वो 8-10 साल पहले पढ़ी। हो सकता है मेरे से नाम गड़बड़ हो गए हों। यार अल्लाह की कसम में बड़ा बहरहाल शौक ये हो गवाही गया। इनके घर की है। मिर्ज़ा साहब ने शफीक मिर्ज़ा साहब ने शहर सदूम लिखी हुई है मेरे भाई, और जो दूसरी है फितना इनकार ख़त्म नबूवत ये सरकार उनके जो मामू थे उन्होंने लिखी हुई है मोहम्मद हुसैन साहब, मिर्ज़ा मोहम्मद हुसैन सगे मामू ने, ये सगे मामू नहीं थे, रिश्तेदारी है। रिश्तेदारी में मामू थे। सही 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 नहीं सही, वो सही, नजफ अब्बास भाई जो इसके सगे मामू थे ये इस बच्ची के उसकी भी तो गवाही है ना जो ये इसके हकीम नूरुद्दीन के सबसे छोटे बेटे थे। हकीम नूरुद्दीन का बेटा जो था हाँ उसकी हकीम भी तो ये अब्दुल वहाब। गवाही है ना।
ਤਾਰਕ ਚੌਹਾਨ ਸਾਹਿਬ ਆਏ ਨੇ, ਬਿਹਤਰ ਤਰੀਕੇ ਨਾਲ ਕਰ ਸਕਦੇ ਨੇ। ਤਾਰਕ ਚੌਹਾਨ ਸਾਹਿਬ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਵਾ। ਹਾਂ ਇੱਕ ਸੈਕਿੰਡ ਸਿਰਫ ਯਾਰ, ਇੱਥੇ ਅੱਲਾ ਦੀ ਕਸਮ ਹੈ, ਯਕੀਨ ਕਰੋ ਮੈਂ ਕਾਂਬ ਰਿਹਾ ਵਾਂ। ਤੋਬਾ ਅਸਤਗਫਾਰ, ਕੋਈ ਆਪਣੀ ਧੀਆਂ ਨਾਲ ਵੀ ਇੰਜ ਕਰਦਾ ਹੈ ਯਾਰ। ਮੈਂ ਨੀਦਾ ਨਸਰ ਦੀ ਰਿਕਾਰਡਿੰਗ ਸੁਣੀ ਸੀ ਤੇ ਮੈਂ ਨਾ ਉਹਨੂੰ ਵੀ ਅੱਲਾ ਦੀ ਕਸਮ ਮੈਂ ਲਾਈਟ ਲੈ ਰਿਹਾ, ਅੱਜ ਤੱਕ ਉਹਨੂੰ ਲਾਈਟ ਲੈ ਰਿਹਾ। ये देखें क्या नाम है अपना, सिकंदर भाई, ये है वो ਤਾਰਕ ਚੌਹਾਨ ਸਾਹਿਬ जरा उत्ते आइए। खतबे नबूवत, और ये है वो मिर्जा मोहम्मद हुसैन साहब। इसमें वो गवाही है, आगे जाके मैं आपको दिखा देता हूँ। मैं एक मिनट मुस्लिम भाई, मैं आपको उठाता हूँ सिर्फ जो तारक शफीक चौहान मिर्जा साहब हैं, शफीक मिर्जा साहब हैं, उनकी ये किताब है मेरे भाई, शहर सद्दूम। इसके अंदर वो वाली गवाही है जो आप बता रहे हैं, अब्दुल मनान साहब की, मनान उमर साहब वाले की, ठीक है। तो ये दो मुख्तलिफ गवाहियाँ, दो मुख्तलिफ किताबों में है। अस्तगफिरुल्लाह यार, अस्तगफिरुल्लाह, अल्लाह ताला की जान माफ करे यार, ओ मेरे मौला। लेकिन ये मुखालफीन सन्ना तेरी एक चीज़ तुसी कह रहे हो कि मिर्जा साहब दे रिश्तेदार इसे मामू लगदे सन जिन्हें यानी कि चीज़ वेखी और उन्होंने कोड कीता, ठीक है। फितना इनकार हत्म नबूवत च अपना फैज़ भाई ने दसिया कि ਉਹਦੇ हवाले मौजूद ने, लेकिन यार कसम नहीं, मेरे पता ही नहीं हुए भी कर भी रहा था कुरान शरीफ को नीचे रख के, और उतर के कहता है कि जज्बा शहवत के आगे हुर्मत के रिश्तों का कोई तकद्दुस नहीं है। आदम की औलाद और गुलाम अहमद कादियानी का नाम लेके कहता है, वो भी यही बताते थे। फैज भाई ना करो यार, ना करो नहीं। ये सिर्फ नजफ अब्बास, ये सिर्फ किताबों में नहीं है, बल्कि ये अपना अहमद करीम शेख साहब और मुश्ताक मलिक साहब जो है ना, मुश्ताक मलिक साहब जो हैं, ये भी लाहौरी हैं। ये खुद बताते हैं कि हमने अपने सामने बिठा के हकीम नूरुद्दीन का जो सबसे छोटा बेटा था ना, अब्दुल मनान उमर, जो इस बच्ची का सगा मामू था, उसने हमें ये बात बताई हुई है सामने हमारे बैठ के। वो चौधरी गुलाम रसूल जो था चक 35 वाला, मुझे मर गया अभी कुछ महीने पहले, शायद कुछ साल हुआ होगा। उसकी तो बकायदा वीडियो मौजूद है इस पे यूट्यूब पे, वो इनके चश्मदीद गवाहों में से है। ये जो काम होते हुए वो चौधरी गुलाम रसूल था, पता है ना, ये जो इल्यूमिनाटी और इस तरह की स्कल एंड बोन सोसाइटियाँ जो हैं इधर, ये सारी की सारी जो है ना, इसकी शमूलियत की एक सबसे बड़ी शर्त होती है कि आपने जो अपने हुर्मत को दिखती है ना, उनका तशद्दुद इस्तेमाल करना है, ना सिर्फ एक मिनट जरा ना, अपने बच्चों के साथ मुंह काला करना है, बल्कि अपने जो घर वाले हैं, जो आपकी ज़ौजा है, उसका भी किसी और के साथ आपने मुंह काला करवाना है, और खुद भी भाई एक मिनट, हर किस्म की। भाई मैं एक सेकंड सिर्फ, ग्लोबल भाई नीचे बात करें। ग्लोबल भाई ये लूज टॉक नहीं है, ये हिस्ट्री है और इनकी कुतुब में लिखी हुई है। इनकी कुतुब में नहीं, मुख्तलिफ लोगों की यानी कि उनकी ये सारे कादियानी हैं जिनकी किताबें हम बता रहे हैं, ये उनकी जमात से ही निकल के आए हुए हैं, शफीक मिर्जा साहब भी और मिर्जा मोहम्मद हुसैन साहब भी। पीर साहब आपकी कॉल चुकी गई है, आप बात करें। सारे ये जमात से नहीं निकले, कुछ निकल आए थे, कुछ लाहौरी जमात में चले गए थे, कुछ फिर भी इनके ही जमात में रहे, लेकिन मिर्जा महमूद के साथ वो इख्तलाफ करते रहे। भाई मेरा मतलब जो किताबों के हवाले हम दे रहे हैं, ये लिखने वाले वो लोग हैं जो पहले जमात में थे, और इन चीजों को गलत बयानी हो रहा है, गलत बयानी हो रही है। जी जी, गलत बयानी कर रहे हैं ज़िया साहब, गलत बयानी कर रहे हैं। अपने रोड पे बैठ के मर्जी के मालिक हैं, जो भी चाहे कहें। जंगल का शेर अंडा दे या बच्चा, उस्ताद मोहतरम, कौन सा जितने भी बातें आप लोग करें सब झूठ है। अच्छा, एक भी हवाला आप लोग के पास नहीं है जी, बताएं कौन सी का चाहिए, मैं निकाल देता हूँ उस्ताद जी। जितने भी बातें की हैं अभी तक मैंने सुनी है, कौन सी वाली का? हमने तो अलिफ से लेकर या तक सब झूठ आपको दिखाएं, अलिफ से या तक सारे के सारे झूठ। साहब कहें आप जो अभी बोल रहे हैं सब झूठ है, मैं ना किज़ब बयानी जी, वो किज़ब बयानी। मिर्जा साहब के जो मामू है ना, मिर्जा साहब के जो मामू है उनके हवाले भेज दो भाई। अपना बरोड़ है, जो चाहे दिल में करो बोलो, कौन पकड़ेगा तुम्हारा मुंह? झूठ बोल रहे हैं पीर साहब,
सीधा सीधा। नसर वाली ऑडियो यार सुना दो। जी भाई, मैं कह रहा हूँ ज़िया रसूल भाई को कि पीर साहब को निदाल नसर वाली ऑडियो जो है ना वो सुना। निदा नसर की, वो तुम लोगों ने पता नहीं किसकी ऑडियो जो है वो रिकॉर्डिंग करके लोगों को शाया कर रहे हो, झूठ। पीर साहब आप इतना कह दें, इस अब रिकॉर्डिंग में जो औरत की पीर साहब ना करें, ऑडियो के बारे में ना करें, वो ऑडियो ओरिजिनल है, क्या भाई, मैं नहीं मानता, उसके बारे में ना करें, नहीं मानता। ऑडियो के बारे में ये बात ना करें, केस दर्ज है। तरतल्ली मत पाओ, नहीं मानता, तरतल्ली मत पाओ। आप हवाला रखें, वो अपनी तरफ से उसमें से निकालेंगे, जो इख्तलाफ करना है वो निकाल के आपको देंगे, वो इख्तलाफ इन पे करेंगे। तरतल्ली ना पाओ, ऐसे ही तरतल्ली है। मत पाओ। नहीं भाई, देखें ज़िया साहब हो गए और गंडा सा पीर, क्या नाम है अपना, फयाज भाई, ये जितने भी है लोग हैं ना, ये लोग जो है अच्छे लोग नहीं। जाहिद आस्कानी, वो कौन है? मैं नहीं जानता वो उसको। हमने वो भी मैं जानता हूँ। उन्हीं में ये से एक है जो अच्छे लोग नहीं हैं। नहीं, मैं उसको जानते ही नहीं। आप भाई अच्छा, आज का अच्छा बोलो बुरा बोलो, वो तुम्हारी मर्जी। अच्छा भाई, कहते झूठ है, किज़ब है, कोई जाहिद आस्कानी दुनिया में नहीं है। झूठ कज़ब है, झूठ झूठ कज़ब कज़ब कज़ब। बोल रहे कौन पकड़ेगा, पकड़ो, पकड़ के दिखाओ। अच्छा भाई, बात ये है, रिकॉर्डिंग हो गई, बाद में चला लेना। अच्छा भाईजान, ये सुबह बात हो रही थी वहाँ, ये क्या नाम है अपना, अहमदियों के ब्रोड पे वो आया हुआ था एक खातून, बात कर रही थी शायद, कुछ तो कह रहे थे कि इन्होंने अपना आवाज़ बदला है, अल्लाह आलम क्या चक्कर है। मुझे तो कोई अजीब सा, मैं हंस हंस के पागल हो रहा था, किसको बिठाया हुआ बात कर रहे हैं, अजीब सी आवाज़ थी। वो क्या चेंजर है या क्या, वाक़तन आवाज़ बदले या खातून थी, क्या चक्कर क्या है आईडी भाई? नेम बताएंगे। फुरकान, वो फुरकान है, वो वॉइस चेंजर लगा के बात कर रहा है, वो फुरकान फोर्स वाला। ये क्यों कर रहा है जो है वो क्यों वॉइस चेंजर लगा के बात कर रहा है। वो पीर आस्कानी भाई इसलिए कि चूंकि अपनी ब्राड, अपनी आवाज़ से तो वो एक्सपोज हो गए कि कादियानी इस तरह शातमियत करते हैं। अब शातमियत करने से तो बाज आ नहीं सकते वो, तो वो उन्होंने ये काम किया कि आईडी का नाम भी चेंज कर लिया और वॉइस चेंजर लगा के तो अब शातमियत कर रहे हैं। शर्म नहीं आता देने की इनको कोशिश। भाई? ये अजीब बात है भाई, मैं हैरान, मैं हंस हंस के पहले तो पागल हुआ, ये किसको बिकटाया हुआ है, मर्द है औरत है, ये कौन है? अजीब सा लग रहा था आवाज़, ना मर्द की थी ना औरत की थी। तरतली मत, वालेकुम सलाम, तरतली मत पाओ मलिक भाई, वालेकुम सलाम। एक बात कहना चाहता हूँ तरतली मचाने की। इन्होंने एक बात बोल के, एक पीले रंग की आईडी है, एक पीले रंग की आईडी है, उसके ऊपर लिखा हुआ है पीर अस्कानी असली हनफी। वो ऐसे बुजुर्ग से हैं और बहुत से उनके मुरीद हैं, उन्होंने एक नए फिरके की खिलाफत संभाल ली और उस फिरके का नाम है उनका नाम ना ले यार, वो बंदा ठीक नहीं है, उनका नाम ना ले। अहमदी क्रिश्चियन नामी फिरके की खिलाफत संभाल ली है उन्होंने दायरा इस्लाम से, उनका अब कोई ताल्लुक नहीं रहा। मेरे पास वीडियो है। हाँ, मैं भी एक बात बताने वाला हूँ। वहाबियों को बदनाम करने के लिए ज़िया नामी कोई शख्स है, कल डोल लेके कब्र पे जाके नाचे, कहते मैं वहाबी हूँ, मैं वहाबी हूँ, वहाबियों को बदनाम करने के लिए। जी लो जी, हाँ शुक्र है मैं बाहर आ। वो ना भी करे ना ज़िया रसूल, तो आप फिक्र ना करें, जो मोहम्मद बिन सलमान आया है ना, वो सारे तब भी सारी दुनिया को पता है। आप फिक्र ना करें, ये वापी ढोल बजाते दिखाएगा आपको मोहम्मद बिन सलमान। वहाबी वो उसने नाइट क्लब में तो पहुंचा दिया मोहम्मद बिन सलमान ने। अच्छा भाई, मलिक कैसर भाई, आपको मालूम है आज मेरा बरोड बंद कराया गंडासे पीर ने, एक हफ्ते के लिए, वो भी जी एक हफ्ते के लिए, 1 तारीख को, एक तारीख तक ब्लॉक। आपको समझाया था जब घी सीधी उंगली से नहीं निकलता तो हम लोग टेढ़ी कर लेते हैं, अब आप समझती नहीं है हमारी बात, हमारी मुखालफत करेंगे तो अच्छा। वो अगर कोई रात को मौजूद था, मेरी तो आंख लगी, मैं सो गया, वो क्या फिर फैसला हुआ, वो जो 1122 के ऊपर, वो जो हजरत नून
अनील वाली जो आईडी है वो क्रिश्चियन है, झूठ भाई। निकला, उसके पास कुछ भी नहीं है। इधर बात हो रही थी, बात कुछ है भी नहीं हज़रत ईसा के बारे में। वो ज़िया नामी एक शख्स है, उन्होंने कहा, लिखा हुआ है, कोई अजीब सा नाम बताया, हंका सरी पता नहीं क्या ऐसा कुछ बता रहे थे। हिजकिएल हिजकिएल कोई शख्स है या नबी है या कोई साधु है, जो भी है, कोई मोहतरम है क्रिश्चियनों का, उसने कुछ बातें लिखी हुई, ना हज़रत ईसा के बारे में है ना कुछ भी नहीं। ये बयान है इनका डॉक्टर डेरिंग का। उसका मतलब है वो क्रिश्चियन के नहीं है, वो यहूदियों के वो बेचारा क्रिश्चियन इधर कसमें खा कर वो बेचारा तड़प के मर गया। भाई कहाँ है, दिखाओ, कोई नहीं दिखा सका। क्या करे, कैसे कौम है ये, कोई नहीं वल्लाह। दिखा सका। क्या अजीब बात है वल्लाह। वो बेचारा रो के तड़प के यहाँ मर गया, जान दे दिया उसने बेचारे ने कि भाई कहाँ है, किधर लिखा हुआ है, दिखा तो दो। आखिर में लेकर आया शायद मलफूजात से कोई अहमद आदा साहब की कोई इबारत, और वो इबारत बकौल इनके मैंने तो देखी नहीं। मैंने कहा पेश करो, किसी ने पेश नहीं किया। वो इबारत सरे से हजरत ईसा के बारे में है ही नहीं। बताओ भाई कितना जुल्म है। ਪੀਰ ਸਾਹਿਬ ਅੱਜ ਫੁਰਕਾਨ ਦੀਆਂ ਦੌੜਾਂ ਲਵਾਈਆਂ ਨੇ, ਫੁਰਕਾਨ ਦੀਆਂ ਦੌੜਾਂ ਲਵਾਈਆਂ ਅੱਜ ਮੈਂ। नहीं, उनको उससे बात करना बेवकूफ़ी है भाई। ਉਹ ਅੱਜ ਮਜਬੂਰ ਹੋ ਗਿਆ ਮੈਨੂੰ ਬਰਾੜ ਤੋਂ ਥੱਲੇ ਲਾਣ ਨੂੰ, ਤੇ ਦੂਸਰੀ ਦਫਾ ਉਹਨੇ ਮੈਨੂੰ ਬਿਆਨ ਕਰ ਦਿੱਤਾ। ਉਹ ਨੱਸਦਾ ਸੀ ਹੁਣ, ਤੇ ਮੈਂ ਕਿੱਧਰ मैं तायद नहीं करता, मैं ये आप मेरे भाई हैं। मैं पीर साहब रिकॉर्ड कीता है सारा। बदअकली है ये, बदअकली है, किस तरह की हरकत की जाए। वो करता है शातमियत, आप उससे क्या बात करेंगे? भैया इससे सख्त अल्फाज नहीं बोल सकता। मैं सिर्फ पूछने गया सी, मैं उससे पूछने गया था कि निसा का लफ्ज जो है ये औरतों के लिए है या बीवियों के लिए भी है। भाई उनको नहीं मालूम भाईजान, वो उसको अरबी का एक मौलवी साहब लफ्ज उत्ते नहीं आओ, ਤੁਹਾਨੂੰ ਮੈਂ मालूम। ਦੱਸਾਂ ਕਿ ਕਿਦਾਂ ਦੌੜ ਲਵਾਈ ਹੈ। ਉੱਤੇ ਆਓ ਜ਼ਰਾ। कोई दौड़ नहीं लगी। अल्लाह दी कसम है वो जान छुड़ाਉਂਦਾ ਸੀ मौलवी साहब। आपका नहीं भाई, वो जान छुड़वा रहा था। उससे बात करना। क्या आप मौलवी साहब को ऊपर बुला रहे हैं? मैं सीट तो खाली कर देता हूँ, लेकिन ये ना हो कि मौलवी साहब की भी दौड़ लग जाए। ये खाता रखना। गंडा साहब को आपका हर दिल अजीज मौलवी साहब, अपना आसकानी भाई, आपके हर दिल अजीज नासिर भाई भी उधर ही थे। भाई देखिए, नासिर साहब हों, मौलवी साहब हों, कोई भी हो, मैं आपको ये बात कर रहा हूँ कि फुरकान से बात करना बदअकली के सिवा कुछ भी नहीं है, कुछ भी नहीं है। वो शातमियत करेगा, आप लोग क्या करोगे? मैंने दौड़ा दिया, क्या दौड़ा? यानी शातमियत नहीं करता, आप मुझे ये तो बताएं ना, कौन सा नहीं करता वो बताएं। वो तो आप कुछ भी कहें, मैं किसी तो एक का नाम लेना आप, केवल ये नहीं करता। बिल्कुल करता है। नाम ले किसी एक खत्म नूर मजाद का जो गालियां नहीं निकालता। मैं नहीं निकालता। मैंने डायरिंग को नहीं सुना गाली देते हुए। वैसे किसको? मुझे सुना है गाली से, आसकानी भाई मुझे सुना है कभी गाली देते हैं। इंसान को गाली देना क्रेडिबिलिटी खराब करेगा, तो मेरे दिन में आपके बारे में एक बेहतर है। मौलवी साहब बात तो सुन लें। हो सकता है हम लोग इंसान हैं, हम लोग मैंने नहीं सुना। शैतान के बहकावे मैं कहता हूँ मैंने नहीं सुना, मैं ये कह रहा हूँ इंसान है। कभी साहब आपने मेरे मुंह से गाली सुनी हो? मैंने आपके मुंह से सुनी है, कभी गुस्सा आया था उसके ब्रोड पे। क्या नाम है भाई मेरे मुंह से सुनी है। चलें पीर साहब, मैं अब ना, पहले मुझे तो ये आदत नहीं है वैसे रिकॉर्डिंग करने की। अब आपकी ब्रॉड की कोई ना कोई जब ये मामला चल रहे हुए तो फिर मैं रिकॉर्ड कर लूँगा। साहब मैंने तो आपका किस्सा ही मुका दिया। मैं कह रहा हूँ भाई देते होंगे गाली, इंसान ने, शैतान ने बदला दिया, इंसान के मुंह से गाली निकल गई। ठीक है, आप हमें ये बताएं इंसान को गाली देना जो कि कोई इस तरह महफिल में मौजूद हो और अंबिया के सरदार को गाली देना, उनकी शातमियत करना, उनकी अहलिया की शातमियत करना, उनके असहाब की शातमियत करना, क्या मिला रहे हैं आप मौलवी साहब? क्या कंपैरिजन आप कर रहे हैं? हम आपसे इतराज कर रहे हैं कि अंबिया की शातमियत होती है, उनके घर वालों की शातमियत होती है, उनके असहाब की। आप हमें जवाब में कह रहे हैं कि हम लोगों को गालियां देते हैं। ये आप मेरी बात समझी नहीं। मैंने लोगों का नहीं कहा था, मैंने कहा था काबरीन को, जिनको यानी कि आप ना किसी को समझते हों, दूसरे तो समझते हैं उनको अपने अकाबर या एक बुजुर्ग हस्ती वली बुजुर्ग, तो उस हवाले से मैंने बात की।
नहीं, फैसल साहब अच्छे आदमी हैं लेकिन ज़ुबान के कच्चे हैं, ज़ुबान इनका कच्चा है। आपके साथ रहेंगे इंशाल्लाह पक्के हो जाएंगे ना, फिक्र क्यों मेरा तो बुराड़ चलने देते नहीं आप लोग, पता नहीं आप लोगों को क्या हो गया है। इख्तलाफ करेंगे तो किस तरह? हम जमात कादियान को नहीं चलने देते, इख्तलाफ की वजह से तो आपको क्यों चलने दें? फिर तो ये दहशतगर्दी हो जाएगी ना, दहशतगर्दी मत पीर साहब आप इसको अब दहशतगर्दी कहें, फिर जो मर्जी कहें, जोर तो मुसलमानों का ही है, दहशतगर्द हैं, बहुत बड़े जोर तो मुसलमानों का ही है पीर साहब। क्यों से आप भाई? अच्छा पीर साहब, मैंने एक सवाल करना था। ये जो बिलाल साहब बात कर रहे थे, एक होती है जो अगर पुराने बुजुर्गों के मबासे सुने या पढ़े उनकी बातें, तो क्रिटिकल थिंकिंग यानी कि तनकीदी नज़र या सवाल उठाना, यहाँ पर बच्चे बहुत ही एक्सट्रीम पे जाके सवालात उठाते हैं जो कि काबरीन के लिए, लेकिन हमारे मुआशरे में या ये जो सोशल मीडिया का माहौल है, जो ख़त्म नबूवत के फोरम्स हैं या जो जमात अहमदिया जिनके ऊपर है, तो वहाँ पर सवालात उठाना भी वो भी ब्लास्फेमी या तौहीन के ज़ुमरे में आ रहा है इस वक्त। तो आप इसके बारे में क्या? साहब आपका मुझसे सवाल आप करें, आप कोई भी सवाल करें, अगर वो गुस्ताखी में है तो वो कहा जाएगा उसी वक्त, अगर नहीं है तो नहीं। लेकिन पीर साहब ये डिसाइड किस तरह किया जा सकता है? यानी कि मैंने उसकी जिस फुरकान का जिक्र इन्होंने किया बिलाल साहब ने, मैं तकरीबन कभी कभी 4 या 5 से ज़्यादा दफ़ा नहीं होगा उनकी ब्राड के ऊपर गया हूँ, जितना भी मिनट सुना है, वो किताब का हवाला, उसका पब्लिशर, उसका कहाँ किस जगह बिक रही है, कौन से बुक डिपो के ऊपर पड़ी हुई है, वो सारा हवाला जात लगा के फिर आगे इबारत पढ़ी जाती है जो उस किताब में लिखी होती है। तो अगर वो लिखता है या पढ़ता है तो उस बारे में बेहतर तरीका ये होना चाहिए कि मेरा मौक़िफ़ उसके ऊपर क्या है, बजाय इसके कि उसको कह दिया जाए कि ये तो इनकार रहा है। अस्कानी भाई मैं जवाब दूंगा इसका। आपको ज़्यादा पता है मुझसे, जवाब देना। अस्कानी भाई ये बात मेरे मुतल्लिक़, अगर ज़्यादा मालूम है तो ठीक है, ठीक है, आप जवाब दीजिए। मौलवी साहब बात ये है कि अगर तो कोई बंदा हवाला दे ना कि वो चीज़ किताब में मौजूद हो तो हम इनकार नहीं करेंगे। अगर वो चीज़ किताब में मौजूद ना हो, अब एक लफ्ज़ को फुरकान ने पकड़ा कि एक नसाई की हदीस है, अच्छा वो नसाई की हदीस बुखारी में भी मौजूद है और तबरानी में भी मौजूद है, औसत तबरानी में भी, नसाई में भी मौजूद है कि अल्लाह के नबी ने फरमाया कि मुझे दुनिया में 3 चीज़ें महबूब हैं, औरतें, खुशबू और नमाज मेरी आंखों की ठंडक है। ये हदीस के बारे में उसने कहा था कि देखो जी ये तुम्हारे सरकारी मुसलमानों ने लिखा है कि अल्लाह का नबी कहते हैं मुझे औरतें महबूब हैं। तो ये पप्पू मलक साहब ने कहा कि यार इसमें ऐसी कौन सी बात है कि अगर उन्होंने कहा भी है तो उसने कहा नहीं, इस तरह तो कोई औरत महफूज ही नहीं रहेगी। तो इसने कहा, पप्पू मलक ने कहा कि यार अरब में जो लफ्ज़ इस्तेमाल होता है ना, वो औरत, मेरी औरत ही कहते हैं, बीवी को औरत ही कहते हैं। तो फुरकान साहब कहने लगे कि यहाँ पे निसा का वर्ड मौजूद है। तो आज मैंने जब उसे पूछा कि बताओ कि वो जो हदीस है तुम्हें उस पर क्या एतराज़ है, उसने कहा ये एतराज़ है। मैंने कहा कुरान खोलो, कुरान में लिखा है कि औरतें तुम्हारी खेती हैं, वहाँ पे मुझे बताओ कि जो औरतें तुम्हारी खेती हैं, जो बीवी के बारे में लफ्ज़ इस्तेमाल हुआ है वो निसा लफ्ज़ हुआ है कि वो ज़ौजा का लफ्ज़ इस्तेमाल हुआ है, ज़वाज का लफ्ज़। 5-6 आयतें मेरे पास कुरान के हवाले से मौजूद है जहाँ पे बीवी को निसा से पुकारा गया है, नंबर 1। नंबर 2, आप अपने मिर्ज़ा ताहर साहब का तर्जुमा निकालें, वहाँ पे अगर उन्होंने निसा का मतलब बीवी नहीं लिखा या औरत को निसा के हवाले से नहीं लिखा तो मैं ज़िम्मेदार हूँ। जब एक बंदा अल्लाह के नबी सल्लल्लाहु अलैहि वसल्लम की सही हदीस पे बग़ैर तहकीक के ऐसी बकवास करेगा और कहेगा कि औरतें महफूज नहीं थी और उसको जो है वो खाते में डाले मुसलमानों के कि सरकारी मुसलमान ऐसे लिखते हैं, तो मैं उसकी अकल पे मातम ना करूं तो क्या करूं? आप मुझे बताएं, नबी की हदीस को कहना कि औरतें महफूज नहीं थी, आप मुझे बताएं। अच्छा बिलाल साहब आपने, बिलाल साहब बहुत हो गया ना, अब उनको भी बोलेंगे ना। आपने जो उसका इतराज़ था आपने बहुत खूबसूरत उसको जवाब दे दिया। तो इससे बेहतर और क्या तरीका है, बजाय इसके कि वावेला मचा दिया जाए कि इसने गुस्ताखी कर दी। आपने इतने खूबसूरत अंदाज से, और जो सुनने वाले हैं उनमें अकल होगी तो वो जो बेहतर बात होगी उसको पिक करेंगे।
बेहतर ये बात तरीका तब बेहतरीन है होगी या जब उस वो, बात करते हुए शोर मचा दिया जाए गुस्ताखी 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 का? तो ये क्या है मुझे बताएं आप, ये क्या अच्छा है? बिलाल एक सेकंड रुक जाओ मेरे भाई तुम्हारी वजह लोग से। आप आपके इर्द गिर्द दाएं बाएं अगर आप रहते हैं तो लोग इस किस्म के अगर पढ़ के एतराज करते हैं तो उसको क्या कहेंगे? आप गुस्ताखी के मैनू में ले लेंगे? और वो आपने नहीं उसको लिखा एक्सप्लेन होगा, कर दिया आप आपने। एक गलत बात मंसूब करो कि सरकारी मुसलमानों ने ये भाई बात जिस लिखी है, ये आपकी मुखालफ इल्मी जो खयानत नहीं है। पढ़ रहा है वो इसको गलत समझ रहा है, इसीलिए वो आपके क्यों सामने गलत समझ? पेश कर रहा है कुरान, ना। अच्छा आपके मिर्जा ताहा साहब ने भी गलत लिखा है फिर यार अपने मिर्जा कुरान ताहिर में? साहब की बात ही नहीं हो रही, फुरकान की क्यों आपने नहीं हो बात रही? की है कि उसने पेश किया है, उसने कहा सरकारी मुसलमानों ने ये काम किया है, तो आपने गुस्ताखी उसको की कह है। देना था कि मिर्जा ताहिर साहब ने भी यही लिखा है। आपने वो तो जवाब दे भाग दिया गया, खूबसूरत। उसने तो मुझे डिस्कनेक्ट कर दिया, दूसरी दफा उसने मुझे बैन कर दिया। आप आज तक वो बंदा बाज नहीं आ रहा, वो हदीसें आज भी दिखा रहा था। आगे ना मुझे समझ नहीं आ रही बिलाल साहब, आपने खुद ही फरमाया कि उसने ये बातें की, मैंने उसको ये जवाब दिए, मैंने कहा बहुत खूबसूरत रिकॉर्ड जवाब किया है। है मैंने। हाँ तो बहुत खूबसूरत जवाब है। अब सुनने वाले नीचे होते हैं, 50 हो जाए 60 हो जाएंगे, वो उससे और वो नतीजा जो सुनने निकालेंगे। वाले थे वो मुझे गालियां दे रहे थे। तो वो इसका कह रहे थे मतलब है कि वो भी फुरकान जो है आपके ना, जवाब से इमाम मुतमिन साहब नहीं है, जो जो हमारे सुनने वाले इमाम थे, जो गालियां फुरकान आपको साहब दे है, रहे ये हैं। सही बात कर रहे हैं, तुम गलत बात कर रहे हो। जब मैंने उसे कहा कि कुरान से दिखाओ कि मुझे निसा का मतलब बीवी नहीं लिया गया, तो मैं मेरा नाम बदल देना, अपना तर्जमा निकाल लो, बिल्कुल तो वो सही है, भाग गया। सही है। हाँ जी। तो आपने अच्छा काम किया नहीं है। मौलवी साहब आज भी वो किसी भाई से इसी बात पे वो तकरार कर रहा था, यही नहीं बात तब थी अच्छा तो यार मैं ना एक बात बार करने बार दो वो मौलवी करता है। देखो साहब। मलक भाई साहब, साहब जो तकरार करता है इसका मतलब है कि उसको उस बात के ऊपर यकीन नहीं है, इसलिए वो बार बार तकरार करता है। नहीं तो मौलवी साहब मसला ये है, आप लोग ऐसे हो ना, आप लोगों को तो अपने मिर्जा साहब पे भी यकीन है। जब मिर्जा साहब फरमा अच्छा गए यार हैं ये पप्पू, कि आप नहीं नहीं एक मुझे मिनट अब यार आप अली, एक ये मिनट बात यार नजफ पप्पू नहीं नहीं अब मिर्जा ये देखें साहब ना, फरमा गए हैं कि बुखारी की कुरान की बात सबसे सही ऑथेंटिक बुक बुखारी है। आप तो मिर्जा साहब की बात पे भी नहीं बिलीव करते, आप मैं लोग तो कोई पता नहीं कौन लोग हो यार। अब आपने अमूमी बात कर दी, मुझे मिला दिया, सबको मिला दिया, यानी कि अजीबो गरीब काम है ना। ओवरऑल यार ओवरऑल आपसे बात एक होगा कि मिनट जो पप्पू जो नहीं चुप कर, करते। एक मिनट मैं राणा साहब आए ने ते ये भी इधरों मौलवी साहब एक मिनट। अस्सलाम अच्छा वालेकुम यार, मौलवी एक साहब। तो सबसे पहले ना आज मौलवी साहब, एक वो मिनट। ईद मौलवी साहब, एक मिनट, एक मुबारक हो मिनट। सब मौलवी साहब, मौलवी मुसलमानों को। जी खैर मुबारक, खैर मुबारक है। मौलवी साहब मेरी बात आ रही? माजरत मौलवी साहब केड़ी ईद मुबारक है, ਮੈਨੂੰ ਵੀ ਤਾਂ ਦੱਸो केड़ी ओ ईद गदीरे मुबारक हम है। ये जिथे यार अच्छा मन एक को मिनट मुनाफा कर दियो। आज सुबह से सोशल मीडिया के ऊपर मुबारकी दी जा यार रही है। ਕਿੰਨੀਆਂ ਕੀ ਈਦਾਂ ਹੁੰਦੀਆਂ ਨੇ ਇਸਲਾਮ ਵਿੱਚ? ਤੇ ਮੈਂ ਦੋ ਹੀ ਈਦਾਂ ਸੁਣੀਆਂ ਨੇ ਯਾਰ, ਹਰ 6 ਮਹੀਨੇ ਬਾਅਦ ਨਵੀਂ ਈਦ ਆ ਜਾਂਦੀ ਯੂਸਫੀ ਹੈ। ਭਾਈ ਨੂੰ ਗੱਲ ਕਰ ਲੈਂਦੇ टॉपिक पे रहने दे। आवाज आ रही है कि नहीं मेरी? या पप्पू मलक साहब को ਜੀ ਹੁਣ ਆਈ ਹੈ, ਮੈਂ ਉਹਨੂੰ ਜ਼ਰਾ ਥੱਲੇ ਲਾਇਆ, ਮੈਂ ਚੁੱਕ ਲਾਂਗਾ ਬਾਅਦ ਚ। अच्छा मौलवी साहब तुसां गल कर रहे सो कि जी जवाब मेरी आवाज आ रही था मौलवी साहब? जी जी आ रही आ रही। अच्छा ਤੁਸੀਂ ਗੱਲ ਕਰ ਰਹੇ ਸੋ ਕਿ ਜਿਹੜਾ ਜਵਾਬ ਦਿੱਤਾ ਬੜਾ ਮਕਬੂਲ ਜਵਾਬ ਦਿੱਤਾ, ਉਹ ਰੰਜੇ ਜਵਾਬ ਦੇਣਾ ਚਾਹੀਦਾ ਸੀ। ਔਰ ਫਿਰ ਮੈਂ ਤੁਹਾਡੇ ਤੋਂ ਪੁੱਛਣਾ, ਤੁਹਾਨੂੰ ਯਾਦ ਹੈ ਕਿ ਜਦੋਂ ਇਹ ਸੇਮ ਕੁਐਸਚਨ ਹੁਸੈਨੀ ਸਾਹਿਬ ਦੀ ਬਰਾੜ ਤੇ ਅੱਜ ਤੋਂ ਕੋਈ 4-6 ਮਹੀਨੇ ਪਹਿਲੇ ਐਸੇ ਸ਼ਖਸ ਨੇ ਪੁੱਛਿਆ ਸੀ, ਉਦੋਂ ਵੀ ਇਹਨੂੰ ਇਹ ਜਵਾਬ ਦਿੱਤਾ ਗਿਆ ਸੀ। ਉਦੋਂ ਤੁਸੀਂ ਵੀ ਉੱਥੇ ਮੌਜੂਦ ਸੋ ਔਰ ਹੋਰ ਦੀਗਰ ਦੋਸਤ ਵੀ ਉੱਥੇ ਮੌਜੂਦ ਸਨ ਜਦੋਂ ਇਹ ਗੱਲ ਹੋਈ ਸੀ। ਉਦੋਂ ਹੁਸੈਨੀ ਸਾਹਿਬ ਨੇ ਵੀ ਬਸ਼ਮੂਲ ਜਿਹੜੇ ਦੀਗਰ ਦੂਸਰੇ ਮੁਸਲਮਾਨ ਸੀ, ਉਹਨਾਂ ਨੇ ਵੀ ਇਹਨਾਂ ਨੂੰ ਇਸ ਚੀਜ਼ ਦਾ ਜਵਾਬ ਦਿੱਤਾ ਸੀ ਕਿ ਇਹ ਜਿਹੜੇ ਤੂੰ ਫਹਿਮ ਲੈਣਾ ਪਿਆ ਗਲਤ ਹੈ। ਤੁਸੀਂ ਉੱਥੇ ਮੌਜੂਦ ਸੋ, ਮੈਨੂੰ ਅੱਜ ਵੀ ਯਾਦ ਹੈ ਅੱਛੀ ਤਰ੍ਹਾਂ। ਤੁਸੀਂ ਉਸ ਦਿਨ ਦਾ ਜਵਾਬ ਦਿੱਤਾ ਹੋਇਆ ਤੇ ਅੱਜ ਫਿਰ ਦੁਬਾਰਾ ਉਹੀ ਗੱਲ ਕਰਨਾ, ਇਸ ਤੋਂ ਪਹਿਲੇ ਵੀ ਗੱਲ ਕਰਨਾ, ਤੁਸੀਂ ਸਮਝਦੇ ਨਹੀਂ ਕਿ ਇਹ ਜਾਣ ਬੁੱਝ ਕੇ ਬੰਦਾ ਇਹ ਏਜੰਡਾ ਕੋਈ ਹੋਰ ਲੈ ਗਿਆ ਹੈ? ਇਹਦਾ ਕੋਈ ਫਹਿਮ ਫਰਾਸਤ ਨਾਲ ਕੋਈ ਤਾਲੁਕ ਨਹੀਂ ਹੈ, ਕੋਈ ਸਮਝਣਾ ਨਹੀਂ ਚਾਹ ਰਿਹਾ ਇਸ ਸਵਾਲ। ਯਾਦ ਹੈ ਤੁਹਾਨੂੰ? ਔਰ ਇਹਦੇ ਰਿਲੇਟਡ ਇੱਕ ਹੋਰ ਸਵਾਲ ਉਹਨੇ ਕੀਤਾ ਸੀ, ਯਾਦ ਹੋਣਾ, ਮੈਂ ਤੁਹਾਨੂੰ ਯਾਦ ਕਰਾ ਦਿੰਦਾ। ਨਿਕਾਹ ਦੇ ਬਾਰੇ ਚ ਕੀਤਾ ਸੀ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੇ ਬੈਸਤ ਤੋਂ ਪਹਿਲੇ ਜਿਹੜੇ ਨਿਕਾਹ ਹੁੰਦੇ ਸੀ ਉਹ ਯੂਸਫੀ ਭਾਈ ਮੈਨੂੰ ਵੀ 1 ਮਿੰਟ ਮੌਕਾ ਦੇਣਾ ਜੀ, ਸਿਰਫ 30 ਸੈਕਿੰਡ। 1 ਮਿੰਟ ਪਹਿਲੇ ਮੌਲਵੀ ਸਾਹਿਬ ਕਰ ਲੈਣ ਤੇ ਅਗਰ ਉਦੋਂ ਵੀ ਜਵਾਬ ਦੇ ਦਿੰਦਾ। ਮੌਲਵੀ ਸਾਹਿਬ ਨਾਲ ਹੀ ਗੱਲ ਕਰਨੀ ਹੈ, 30 ਸੈਕਿੰਡ ਸਿਰਫ। वन बाय वन करो, वन बाय वन करो। जो बंदा गल कर रहा है ਉਹਦਾ ਜਵਾਬ नजब 1 मिनट नजब यार, 1 मिनट में लगे हैं यूसफी ना। यूसफी भाई ठीक है ना, मैं सिर्फ सवाल करना, आप जवाब बाद दे देना। करो अपना मौलवी साहब ਇਹ ਵੀ ਜ਼ਹਨ 'ਚ ਰੱਖਿਓ, ਜਿਹੜਾ ਬੰਦਾ ਇਹ ਹੀ ਆ ਕੇ ਸਾਨੂੰ ਬਾਰ-ਬਾਰ ਆਖੇ ਕਿ ਮੇਰੇ ਨਾਲ ਨਬੀ ਦੇ ਕਿਰਦਾਰ ਦੇ ਗੱਲ ਕਰੇ, ਤੁਹਾਨੂੰ ਆਪ ਸੋਚਣਾ ਚਾਹੀਦਾ ਕਿ ਇੰਨੀਆਂ ਗੱਲਾਂ ਕਰਨ ਵਾਲੀਆਂ ਨੇ। ਹੁਣ ਤੁਸੀਂ ਇੱਥੇ ਆ ਕੇ ਇਹਨਾਂ ਦੀ ਜਮਾਤ ਦੀ ਸਾਨੂੰ ਇੱਥੇ ਕਹੋ ਕਿ ਨਬੀ ਦੇ ਕਿਰਦਾਰ ਦੇ ਕੋਈ ਗੱਲ ਕਰੇ ਤਾਂ ਮੇਰੇ ਨਾਲ ਇਹ ਗੱਲ ਕਰਨ ਵਾਲੀ ਹੈ, ਜਿਸ ਟਾਈਮ ਮਰਜ਼ੀ ਜਵਾਬ ਦੇ ਦਿਓ। ਫਿਰ ਮੈਂ ਐਸੇ ਬੰਦੇ ਦੀ ਜ਼ੀਮ ਬੱਟ ਨਾਲ ਗੱਲ ਕਰਵਾਈ ਸਾਜੀ। जी अहमद साहब, बिल्कुल ये गलत गल है। ये मैं तो इस चीज़ के खिलाफ हाँ और स्ट्रांगली इस चीज़ के ना अगेंस्ट हाँ कि कोई बंदा आखे कि आओ जी किरदार ते गल करो। अगर किरदार ते गल करने वाले किसी ने बुलाने ते दा मतलब है वो बंदा ना तो यकीन रखता उन्होंने ते ना ही उन्होंने ईमान रखता है। दूसरी यूसफी साहब की गल जी है ना, वो यूसफी साहब मैनू बिल्कुल याद, एक दफ़ा फुरकान आया सी हुसैनी साहब की बराड़ ते
ਲੇਕਿਨ ਮੈਨੂੰ ਇਹ ਨਹੀਂ ਯਾਦ ਕਿ ਮੌਜੂ ਕੀ ਸੀ, ਕਿਉਂਕਿ ਮੈਂ ਉਸ ਵਕਤ ਬਿਜ਼ੀ ਵੀ ਸਾਂ। ਮੈਨੂੰ ਯਾਦ ਹੈ ਕਿ ਮੈਂ ਸੁਣੀ ਸੀ ਜਿਹਦੇ 'ਚ ਹੁਸੈਨੀ ਸਾਹਿਬ ਇੱਕ ਹਦੀਸ ਨੂੰ ਐਕਸਪਲੇਨ ਕਰਕੇ ਦੱਸਿਆ ਸੀ ਕਿ ਇਹਦਾ ਇਹ ਮਤਲਬ ਹੈ, ਲੇਕਿਨ ਮਾਜ਼ਰਤ ਕਿ ਮੈਂ ਉਹ ਐਗਜ਼ੈਕਟਲੀ ਯਾਦ ਨਹੀਂ। ਲੇਕਿਨ ਉਸ ਦੇ ਬਾਵਜੂਦ ਵੀ ਯਾਰ ਸੋਸ਼ਲ ਮੀਡੀਆ ਮੇਰਾ ਖਿਆਲ ਹੈ ਕੋਈ 50-100, ਮੈਂ ਹਮੇਸ਼ਾ ਗੱਲ ਕਰਨਾ ਕਿ 1000 ਬਰਾਡਾਂ ਲੱਗੀਆਂ ਹੁੰਦੀਆਂ ਨੇ, ਤੇ ਜ਼ਰੂਰੀ ਹੈ ਕਿ ਮੈਂ ਹੁਣ ਉਸ ਬਰਾੜ ਨੂੰ ਡਿਸਕਸ ਕਰਾਂ ਜਾਂ ਇੱਕ ਪਤਾ ਲੱਗ ਗਿਆ ਕਿ ਇੱਕ ਬੰਦੇ ਦਾ ਨਹੀਂ, ਜਾਂ ਅਗਰ ਤੇ ਉਹਨੂੰ ਬੰਦਾ ਮੁਤਮਿਨ ਕਰੇ, ਨਹੀਂ ਮੁਤਮਿਨ ਕਰ ਸਕਦੇ ਤੇ ਠੀਕ ਹੈ ਭਾਈ, ਲੱਗਿਆ ਰਹੋ, ਤੁਸੀਂ ਪੇਸ਼ ਕਰੋ ਜਿਹੜੀ ਤੁਹਾਡੇ ਅਕਲ 'ਚ ਗੱਲ ਹੁੰਦੀ ਉਹ ਪੇਸ਼ ਕਰੋ। बुखारी दी ते बिलाल भाई मौजूद है? जी जी। नेक्स्ट टाइम आप जाए ना तो आपने हदीस की बात नहीं करनी उस फुरकान से, आपने उससे जाके पूछना है सूरह निसा की आयत 14। हाँ अल्लाह की कसम, वो मैंने वही निकाली हुई है, अल्लाह की कसम वही पढ़ने लगा था। सूरह निसा की आयत 14, इसकी जरा तफसीर पढ़ के सुना दो। नहीं मैं इसकी ट्रांसलेशन पढ़ देता हूँ। फैसल भाई, सुनियो फैसल भाई, मेरी तो आज रिक्वेस्ट थी, आज का दिन आपको वक्फ करना चाहिए था गदीर के वाक़े के ऊपर और उसकी फजीलत बयान करनी चाहिए थी, बजाय इसके कि एक अजीबोगरीब साहब आयत सुन लेना कुरान की, आयत तो सुन ले। कुरान की तीसरी सूरत की 14 नंबर आयत है, ज़ुय्यिना लिन्नासी हुब्बुश शहवाति मिनन निसाइ वल बनीना वल क़नातीरिल मुक़ंतरति मिनज़ ज़हबि वल फ़िज़्ज़ति वल ख़ैलिल मुसव्वमति वल अनआमि वल हर्स ज़ालिका मताउल हयातिद दुनिया वल्लाहु इंदहु हुस्नुल मआब। मरगूब चीज़ों की मोहब्बत लोगों के लिए मुज़य्यन कर दी गई है, जैसे औरतें और बेटे और सोने चांदी के जमा किए हुए ख़जाने और निशानदार घोड़े और चौपाए और खेती, ये दुनिया की ज़िंदगी का सामान है, और लूटने का अच्छा ठिकाना तो लौटने का अच्छा ठिकाना तो अल्लाह ताला ही के पास है। ये आयत जो है ये दलील है उस हदीस की, उस रवायत की कि अल्लाह के नबी ने अगर फरमाया कि मुझे औरतें महबूब हैं, तो ये आयत उसकी दलील में पेश की। बिलाल भाई मैं यही आपको बता रहा हूँ, इसी आयत की तफसीर में इब्ने कसीर ने वो हदीस नकल की हुई है जिसके ऊपर इतराज हो रहा है। जी इतराज बनता ही नहीं, मैं तो मैंने पहले कह दिया है कि 1% भी मेरे ज़हन में, और फिर कहना कि औरतें तो महफूज नहीं है। 1% भी मेरे ज़हन में ऐसा उसके ऊपर तसव्वुर भी नहीं कर सकता। साहब आप बिजा फरमा रहे हैं, ये अकीदा है। एक बंदा कहे कि ये हदीस है और औरतें तो महफूज ही नहीं है इस हवाले से, अगर ये हदीस सही है तो कि औरतें तो महफूज ही नहीं है फिर दुनिया की। हाँ, तो इसका मतलब है कि वो नहीं ना मजहब के ऊपर, वो फिर उसका अपना अकीदे का मामला है। रसूलुल्लाह का फिर हुआ कि नहीं शातमी हुआ, मुझे बताएं आप। अभी एक सवाल मेरा आता है, सिर्फ और सिर्फ एक सवाल। मौलवी साहब, राय साहब, मैं ਤੁਹਾਡੇ ਮਾਸ਼ਾਅੱਲਾ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਕਿ ਉਹ ਦੀਨ ਦੇ ਉੱਤੇ ਨਹੀਂ ਹੈ, ਤੁਸੀਂ ਇਸ ਗੱਲ ਨੂੰ ਡਿਫੈਂਡ ਨਹੀਂ ਕਰਦੇ। ਇੱਥੇ ਤੁਹਾਡੇ ਬਹੁਤ ਸਾਰੇ ਲੋਕ ਆਉਂਦੇ ਨੇ, ਈਵਨ ਕਿ ਇਮਤਿਆਜ਼ ਬਸਰਾ, ਨਾਸਰ ਬੱਟ, ਭੋਲਾ ਈਵਨ ਹੁਣ ਵੀ ਕਰਕੇ ਗਿਆ, ਬਕਵਾਸ ਕਰਕੇ ਗਿਆ ਥੱਲੇ ਨਾ। ਬਹੁਤ ਸਾਰੇ ਲੋਕ ਨੇ ਐਸੇ ਜਿਹੜੇ ਆਉਂਦੇ ਨੇ ਔਰ ਯਾਨੀ ਕਿ ਭੌਂਕਦੇ ਕਿਹੜੀ ਵਜ੍ਹਾ ਤੋਂ ਨੇ, ਉਹ ਵੀ ਬਹੁਤ ਸਾਰੀਆਂ ਵਜੂਹਾਤ ਨੇ, ਕੋਈ ਸਾਡੀਆਂ ਵੀ ਆਪਣੀਆਂ ਵੀ ਕਮੀਆਂ ਨੇ, ਇਹਨਾਂ ਨੂੰ ਅਸੀਂ ਨਹੀਂ ਡਿਨਾਈ ਕਰ ਸਕਦੇ। ਚਲੋ ਤੁਸੀਂ ਇਹ ਗੱਲ ਕਰਨੀ ਹੈ, ਚਲੋ ਮੈਂ ਆਪਣੇ ਮੂੰਹ ਕਰ ਦਿੰਦਾ, ਠੀਕ ਹੈ। ਇਹ ਜਿਹੜੇ ਫੁਰਕਾਨ ਹੈ ਇਹਨੂੰ ਡਿਫੈਂਡ ਕਰਨ ਵਾਸਤੇ ਤੁਹਾਡੇ ਆਪਣੇ ਲੋਕ ਆਉਂਦੇ ਨੇ ਔਰ ਕਹਿੰਦੇ ਨੇ ਆਹ ਫੁਰਕਾਨ ਦੇ ਜਵਾਬ ਦਿਓ। ਜਦੋਂ ਜਵਾਬ ਦੇਣ ਵਾਸਤੇ ਜਾਂਦੇ ਆ ਇਹ ਜੋ ਬਿਲਾਲ ਦਾ ਹਾਲ ਹੋਇਆ, ਇਹ ਹੀ ਹਾਲ ਹੁੰਦਾ ਜੀ। ਅਗਰ ਉਹਨੂੰ ਫੁਰਕਾਨ ਨੂੰ ਲੈਣੇ ਸੀ ਜਵਾਬ ਆਏ ਬਰੌੜ ਦੇ ਉੱਤੇ, ਅਗਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਕਿਰਦਾਰ ਤੇ ਗੱਲ ਕਰਨੀ ਸੀ ਫਿਰ ਵੀ ਆ ਜੇ। ਨਜਫ ਅਬਾਦ ਸਾਹਿਬ, ਇੱਥੇ ਜਿੰਨੇ ਵੀ ਲੋਕ ਨੇ ਨਾ, ਤੁਹਾਡੇ ਸਾਡੇ ਕੋਈ ਨਹੀਂ, ਇੱਥੇ ਮਸਲਾ ਸੋਸ਼ਲ ਮੀਡੀਆ ਦਾ ਬੜਾ ਅਜੀਬੋ ਗਰੀਬ ਹੈ। ਔਰ ਮੈਂ ਤਾਂ ਆਪਣੇ ਤਜਰਬੇ ਦੀ ਬੁਨਿਆਦ 'ਤੇ ਕਹਿਣਾ 6-7 ਸਾਲ ਹੋ ਗਏ ਨੇ, ਕਈ ਬੰਦਿਆਂ ਨੂੰ ਮੈਂ ਅਹਿਮਦੀ ਸਮਝਦਾ ਰਿਹਾ, ਬਾਅਦ 3-4 ਸਾਲ ਬਾਅਦ ਪਤਾ ਚੱਲਦਾ ਉਹਦਾ ਨਿਜ਼ਾਮ ਜਮਾਤ ਹੀ ਕੋਈ ਨਹੀਂ। ਤਾਂ ਉਹ ਕਈ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ, ਮੈਂ ਤਾਂ ਆਪਣੀ ਜ਼ਾਤ ਦਾ ਜ਼ਿੰਮੇਦਾਰ ਹਾਂ। ਜਦੋਂ ਵੀ ਮੈਨੂੰ ਪੁੱਛਦੇ ਨਾ ਕਿ ਤੂੰ ਉਹਦਾ ਜ਼ਿੰਮੇਦਾਰ ਐਵੇਂ ਤੀਸਰੇ ਚੌਥੇ ਬੰਦੇ ਦਾ, ਮੇਰਾ ਤਾਂ ਫੌਰੀ ਤੌਰ 'ਤੇ ਹੁੰਦਾ ਕਿ ਮੈਂ ਆਪਣੀ ਸਿਰਫ ਜ਼ਾਤ ਦਾ ਜ਼ਿੰਮੇਦਾਰ ਹਾਂ, ਇਸ ਤੋਂ ਅੱਗੇ ਕੁਝ ਵੀ ਨਹੀਂ। ਮੌਲਵੀ ਸਾਹਿਬ ਮੇਰੀ ਗੱਲ ਸੁਣੋ, ਤੁਹਾਡੀ ਗੱਲ ਅਗਰ ਇਹ ਹੈ ਨਾ ਕਿ 3-4 ਸਾਲ ਬਾਅਦ ਇਹ ਫਲਾਣਾ ਨਿਕਲਦਾ ਹੈ, ਤੁਹਾਡੇ ਜਿਹੜੇ ਕਾਦੀਆਨੀ ਨੇ ਜਾਂ ਅਹਿਮਦੀ ਨੇ ਉਹ ਉਸ ਬੰਦੇ ਦੀ ਸਪੋਰਟ ਦੇ ਵਿੱਚ ਨੇ, ਸਾਡੇ ਚੋਂ ਇੱਥੇ ਕੋਈ ਬੰਦਾ ਜਾਂ ਫਿਰ ਤੁਹਾਡੇ ਸਾਡੇ ਮੈਨੂੰ ਸੁਣ ਲਓ ਨਾ, ਮੇਰੀ ਗੱਲ ਸੁਣ ਲਓ ਨਾ, ਮੇਰੀ ਗੱਲ ਮੁਕੰਮਲ ਹੋ ਲੈਣ ਦਿਓ। ਸਾਡੇ ਚੋਂ ਕੋਈ ਬੰਦਾ, ਈਵਨ ਦੈਨ ਅਮਨ ਨਜ਼ੀਰ ਸਾਹਿਬ, ਫੈਸਲ ਭਾਈ, ਨਈਮ ਭਾਈ, ਇਹਨਾਂ ਦੀ ਮੈਂ ਸਭ ਤੋਂ ਜ਼ਿਆਦਾ ਰਿਸਪੈਕਟ ਕਰਦਾ ਵਾਂ। ਇਹਨਾਂ ਚੋਂ ਕੋਈ ਬੰਦਾ ਇਹੋ ਜਿਹਾ ਗੱਲ ਕਰੇ, ਖੁਦਾ ਦੀ ਕਸਮ ਮੈਂ ਮੂੰਹ ਤੋੜ ਕੇ ਰੱਖ ਦਾਂਗੇ ਅਸੀਂ ਸਾਰੇ ਜਣੇ।
ਉਹ ਇਹ ਬਹੁਤ ਕੁਝ ਗੱਲਾਂ ਠੀਕ ਹੈ ਨਾ? ਇਹ ਬਹੁਤ ਕੁਝ ਗੱਲਾਂ ਕਰਦੇ ਨੇ ਉਹ ਸੁਣ ਲਓ ਖੁਦਾ ਦਾ ਖੌਫ ਕਰੋ। ਜਮਾਂਦਰੂ ਤੌਰ ਉੱਤੇ ਉਹਨਾਂ ਨੂੰ ਮਾਫੀ ਹੈ, ਜਮਾਂਦਰੂ ਉਹਨਾਂ ਕੋਲ ਸਰਟੀਫਿਕੇਟ ਹੈ, ਖੁਦਾ ਦੇ ਬੰਦੇ ਉਹਨਾਂ ਕੋਲ ਸਰਟੀਫਿਕੇਟ ਮੌਲਵੀ ਸਾਹਿਬ ਇਸ ਜੀ ਕੋ ਗੱਲ ਸਾਬਤ ਕਰ ਦਿਓ ਜੋ ਕੋ ਮੈਂ ਬਟਨ ਕਰ ਦਾਂਗਾ। ਯਕੀਨ ਕਰੋ 6 ਸਾਲਾਂ ਚ ਐਸੀ ਆਡੀਓ ਇਹਨਾਂ ਦੀਆਂ ਨਿਕਲੀਆਂ ਨੇ ਲੇਕਿਨ ਉਹ 7 ਖੂਨ ਮਾਫ ਨੇ ਕਿਉਂਕਿ ਉਹਨਾਂ ਦੇ ਬਾਰੇ ਮੈਂ ਕਹਿੰਦਾ ਰੱਖੋ ਆਡੀਓ ਇੱਥੇ ਸਾਹਮਣੇ, ਕੁਰਾਨ ਰੱਖੋ, ਹਦੀਸ ਰੱਖੋ, ਉਹਨਾਂ ਦੀ ਆਡੀਓ ਰੱਖੋ। ਗਰੁੱਪਾਂ ਦੇ ਵਿੱਚ ਇੰਜ ਉਹ ਘੁੰਮੀਆਂ ਨੇ ਕੋਈ ਗੱਲ ਕਰਨੇ ਵਾਲੀ ਆਡੀਓ। ਮੌਲਵੀ ਸਾਹਿਬ ਖੁਦਾ ਪਾਕ ਦੀ ਕਸਮ ਇੱਥੇ ਰੱਖੋ ਸਾਹਮਣੇ, ਤੁਹਾਡੇ ਸਾਹਮਣੇ। ਅਗਰ ਮੈਂ ਨਾ ਮਲਾਮਤ ਕਰਾਂ ਮੇਰਾ ਨਾਮ ਵੱਡਾ ਬਦਲ ਦਿਓ। ਤੁਸੀਂ ਕੀ ਸਮਝਿਆ? ਤੁਸੀਂ ਮਲਾਮਤ ਵੀ ਨਹੀਂ ਨਾ ਕਰਦੇ, ਇਹੀ ਤਾਂ ਮਸਲਾ ਵਾ। ਤੁਸੀਂ ਮੈਂ ਤੇ ਉਹਨੂੰ ਜ਼ਿੰਮੇਦਾਰ ਨਹੀਂ ਹੈ ਕਹਿ ਕੇ ਸਾਈਡ ਤੋਂ ਜਾਂਦੇ ਜੇ। ਮੈਂ ਤੇ ਮਲਾਮਤ ਜਿਹੜੀ ਹੈ ਨਾ ਹੁਣ ਤੁਹਾਡੇ ਵਿੱਚ ਵੀ ਬੈਠਾ, ਤੁਹਾਡੇ ਨਾਲ ਦਾ ਨਾਸਰ ਬੱਟ ਉੱਥੇ ਖਲੋਤਾ ਸੀ, ਨਾਸਰ ਉੱਥੇ ਬੈਠਾ ਸੀਗਾ। ਤੁਹਾਡੇ ਸਾਰੇ ਜਿਹੜੇ ਮਰਜ਼ਈ ਨੇ ਨਾ, ਜਿਹੜੇ ਫਰੰਟ ਲਾਈਨ ਦੇ ਨੇ ਸਾਰੇ, ਉੱਥੇ ਫੁਰਕਾਨ ਦੀ ਉਹ ਜਿਹੜੀ ਉਹਦੀ ਸਫਵਾਨ ਵਾਲੀ ਸੀ ਨਾ ਬਰਾੜ, ਉੱਥੇ ਬੈਠੇ ਹੋਏ ਸੀ, ਵਾਇਸ ਚੇਂਜਰ ਲਾ ਕੇ ਬੈਠਾ ਸੀ ਵੀ ਮੈਨੂੰ ਕੋਈ ਪਛਾਣ ਨਾ ਲਵੇ, ਚੋਰ ਆਦਮੀ। ਹੁਣ ਮੈਂ ਵੀ ਉਹਦੀ ਬਰਾੜ ਤੇ ਨਾ ਕਦੀ ਜਾਵਾਂ ਕਰਾਂਦਾ ਤਾਂ ਕਿ ਮੈਨੂੰ ਵੀ ਪਤਾ ਲੱਗੇ। ਮੈਂ ਤੇ ਇੰਨੇ ਚਿਰ ਦਾ ਤੁਸੀਂ ਉਹਦੇ ਕੋਲ ਜਾ ਕੇ ਸਵਾਲ ਪੁੱਛਣਾ ਹੈ ਕਿ ਨਸਾ ਦਾ ਜਿਹੜਾ ਲਫ਼ਜ਼ ਹੈ, ਤੂੰ ਕਿਹਾ ਕਿ ਖਬੀਸ ਆਦਮੀ, ਤੂੰ ਕਿਹਾ ਕਿ ਅਗਰ ਇਹ ਹਦੀਸ ਸਹੀ ਹੈ ਤੇ ਨਬੀ, ਇਹਦਾ ਮਤਲਬ ਕਿ ਲੋਕਾਂ ਦੀਆਂ ਔਰਤਾਂ ਮਹਫੂਜ਼ ਨਹੀਂ। ਔਰ ਇਹ ਹਦੀਸ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਚ ਖਬੀਸ ਆਦਮੀ ਦੱਸ ਵੀ ਨਸਾ ਦਾ ਲਫ਼ਜ਼ ਬੀਵੀ ਵਾਸਤੇ ਕੁਰਾਨ ਨੇ ਇਸਤੇਮਾਲ ਕੀਤਾ ਕਿ ਨਹੀਂ ਕੀਤਾ। ਉਹਦੇ ਕੋਲ ਜਵਾਬ ਤੁਹਾਨੂੰ ਦੇ ਜਾਵੇ ਤੇ ਮੇਰਾ ਨਾਮ ਹਟਾ ਦੇ ਅਜੇ। ਠੀਕ ਹੈ। ਔਰ ਜਿਹੜਾ ਬੰਦਾ ਨਾ ਉਹਨੂੰ ਕੁਰਾਨ ਦਾ ਇਲਮ ਹੈ, ਨਾ ਹਦੀਸ ਦਾ ਇਲਮ ਹੈ, ਨਾ ਉਹਨੂੰ ਅਰਬੀ ਦਾ ਪਤਾ ਹੈ ਕਿ ਅਰਬੀ ਜ਼ੁਬਾਨ ਕਿਸ ਤਰ੍ਹਾਂ ਇਸਤੇਮਾਲ ਹੁੰਦੀ ਹੈ, ਕਿਸ ਤਰ੍ਹਾਂ ਬੋਲੀ ਜਾਂਦੀ ਹੈ, ਖਬੀਸ ਆਦਮੀ ਉੱਠ ਕੇ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਉੱਤੇ ਬਕਵਾਸ ਕਰ ਦੇਵੇ ਤਾਂ ਅਸੀਂ ਬਰਦਾਸ਼ਤ ਕਰ ਲਾਂਗੇ? ਅਸੀਂ ਤਾਂ ਨਹੀਂ ਕਰਦੇ। ਤੁਸੀਂ ਨਹੀਂ ਕਰਦੇ ਨਾ ਮਿਰਜ਼ਾ ਸਾਹਿਬ ਬਾਰੇ, ਅਸੀਂ ਨਬੀ ਦੇ ਬਾਰੇ ਚ ਨਹੀਂ ਕਰਦੇ। ਅਸੀਂ ਤਾਂ ਧੌਣ ਵੜ ਦਿਆਂਗੇ ਇਹੋ ਜਿਹੇ ਬੰਦੇ ਦੀ ਜਿਹੜਾ ਬਕਵਾਸ ਕਰੇ ਜਾਣਬੁੱਝ ਕੇ। ਔਰ ਇੱਕ ਦਫਾ ਨਹੀਂ ਹੋਇਆ, ਇਹ ਪਹਿਲੀ ਮਤਅੱਦਦ ਦਫਾ ਹੋ ਚੁੱਕਿਆ ਹੈ। ਅੱਜ ਉਹਦੇ ਕੋਲ ਜਵਾਬ ਲੈਣ ਗਿਆ, ਉਹਨੇ ਪਹਿਲੀ ਦਫਾ ਮੈਨੂੰ ਬਰੌਡ ਤੋਂ ਲਾ ਦਿੱਤਾ, ਦੂਸਰੀ ਦਫਾ ਉਹਨੇ ਮੈਨੂੰ ਬੈਨ ਕਰ ਦਿੱਤਾ, ਔਰ ਗਾਲਾਂ ਕੱਢਣ ਦੇ ਨੇ ਮੈਨੂੰ ਉਹ ਬਗੈਰਤ। ਦੁੱਖ ਇਹ ਨਹੀਂ ਹੈਗਾ, ਦੁੱਖ ਇਹ ਜਿਹੜੇ ਬੰਦੇ ਉਹਨੂੰ ਸਪੋਰਟ ਕਰਦੇ ਨੇ, ਦੁੱਖ ਉਹਨਾਂ ਦਾ ਹੈ ਕਿ ਬਗੈਰਤ ਆਦਮੀ ਹੋ ਤੁਸੀਂ। ਨਾ ਕੁਰਾਨ ਖੋਲ ਲਓ ਯਾਰ ਕਮ ਸੇ ਕਮ। ਅੱਛਾ ਤੁਸੀਂ ਜਵਾਬ ਦਿੱਤਾ, ਤੁਹਾਨੂੰ ਗਾਲਾਂ ਸ਼ੁਰੂ ਉਹਨਾਂ ਕਰ ਦਿੱਤੀਆਂ ਨੇ? ਮੈਨੂੰ ਉਹਨਾਂ ਨੇ ਹਰਾਮ ਦਾ ਵੀ ਕਿਹਾ ਹੈ, ਖੰਜ਼ੀਰ ਵੀ ਕਿਹਾ ਹੈ। ਨਹੀਂ ਭਲਾ ਕਿਉਂ ਕਿਹਾ ਹੈ? ਭਲਾ ਕਿਉਂ ਕਿਹਾ ਹੈ? ਕਿ ਉਹਨਾਂ ਨੇ ਕਿਹਾ ਇਹ ਤਾਂ ਕੁਰਾਨ ਕੱਢ ਲਿਆ ਇਹਨੇ ਤਾਂ ਮਿਰਜ਼ਾ ਤਾਹਰ ਦਾ ਤਰਜਮਾ ਕੱਢ ਲਿਆ। ਹੁਣ ਮਿਰਜ਼ਾ ਤਾਹਰ ਸਾਹਿਬ ਦੇ ਤਰਜਮੇ ਦੇ ਵਿੱਚ ਲਿਖਿਆ ਹੈ ਨਸਾਦ ਦਾ ਮਤਲਬ ਔਰਤ। ਮੈਂ ਤੁਹਾਡੀ ਗੱਲ ਤੇ ਯਕੀਨ ਕਰਨਾ, ਲੇਕਿਨ ਅਗਰ ਤੁਸੀਂ ਯਕੀਨ ਨਾ ਵੀ ਕਰੋ, ਮੈਂ ਤੂੰ WhatsApp ਸੈਂਡ ਕਰੋ, ਮੈਂ ਤੁਹਾਨੂੰ ਸੈਂਡ ਕਰ ਦਿੰਦਾ ਸਾਰਾ ਕੁਝ, ਕੁਰਾਨ ਦਾ ਤਰਜਮਾ ਹਰ ਚੀਜ਼ ਸੈਂਡ ਕਰ ਦਿੰਦਾ। ਅਗਰ ਮੇਰੀ ਗੱਲ ਝੂਠੀ ਹੋਵੇ ਮੈਨੂੰ ਲਟਕਾ ਦਿਆ ਜੀ। ਸਹੀ ਹੈ, ਬਹੁਤ ਸ਼ੁਕਰੀਆ। ਅੱਜ ਸਰ ਮੈਂ ਕੱਲ ਉਹਨਾਂ ਨੂੰ ਮਸ਼ਵਰਾ ਦਿੱਤਾ ਸੀ ਹੁਸੈਨੀ ਸਾਹਿਬ ਨੂੰ ਵੀ ਕਿ ਅੱਜ अस्सलाम वालेकुम ਕਰੋ ਤੇ ਤੁਸੀਂ ਵੀ ਜਨਾਬ ਅੱਜ ਕਰੋ ਇਸੇ ਮੌਜੂ ਦੇ ਉੱਤੇ ਦਿਨ ਜਿਹੜਾ ਨਾ ਉਹ ਵਕਫ ਕਰੋ। ਤੇ ਉਧਰ ਹੁਸੈਨੀ ਸਾਹਿਬ ਨੂੰ ਵੀ ਮੈਂ ਕੱਲ ਦਿੱਤਾ ਸੀ, ਉਹਨਾਂ ਆਖਿਆ ਠੀਕ ਹੈ ਅੱਜ ਅਸੀਂ ਪ੍ਰੋਗਰਾਮ ਕਰਾਂਗੇ। ਮੇਰਾ ਖਿਆਲ ਇਹਨਾਂ ਨੇ ਸ਼ੁਰੂ ਕੀਤੇ ਹੈ ਤੇ ਬਹੁਤ ਸ਼ੁਕਰੀਆ ਜਨਾਬ। ਮੈਂ ਵੀ ਮੌਲਵੀ ਸਾਹਿਬ ਅਹਲੇ बड़ैच साहब की हाल चाल ने? ठीक ठाक। अच्छा बड़ैच साहब मैं थोड़ी जी गल सुनी है, मैनू सारी दा तो नहीं पता की गल हो रही सी, शायद फुरकान की गल हो रही सी ਤੇ ਮੇਰੇ ਖਿਆਲ ਆ ਤੁਸੀਂ ਤਾਂ ਸ਼ਾਇਦ ਨਹੀਂ ਗਏ ਉਹਦੀ ਬਰਾੜ ਤੇ ਕਦੀ। ਤੇ ਇਹ ਕੋਈ ਜਮਾਤ ਦੇ ਵਿੱਚ ਤੁਹਾਡੇ ਹੈ ਨਹੀਂ ਕੋਈ ਇੰਜ ਦਾ ਬੰਦਾ ਜਿਹੜਾ ਇੰਜ ਦੇ ਨੂੰ ਲਗਾਮ ਪਾਵੇ? ਕੋਈ ਅਗਰ ਇਤਰਾਜ਼ ਬਣਦਾ ਹੋਏ ਕਿ ਗੱਲ ਇੱਕ ਵਾਕਈ ਹਦੀਸ ਸ਼ਰੀਫ ਚੋਂ ਇਤਰਾਜ਼ ਸਾਬਤ ਹੁੰਦਾ ਹੋਏ, ਉਹ ਤਾਂ ਚਲੋ ਠੀਕ ਆ, ਤੁਸੀਂ ਕਰੋ। ਮੁਲਹਦ ਕਰਦੇ ਨੇ, ਸਾਈ ਕਰਦੇ ਨੇ, ਤੁਸੀਂ ਵੀ ਕਰੋ। ਲੇਕਿਨ ਇੱਕ ਗੱਲ ਆਪਣੇ ਕੋਲੋਂ ਜੋੜ ਲੈਣਾ, ਹੁਣ ਇਹਨੇ ਇਹ ਫੁਰਕਾਨ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਹਦੀਸੇ ਮੁਬਾਰਕ, ਉਹ ਸਾਰੀ ਹਦੀਸ ਦੇ ਵਿੱਚ ਵੀ ਕੋਈ ਐਸਾ ਮਸਲਾ ਨਹੀਂ ਹੈ। ਉਹ ਜਿਹੜੀ ਰੋਜ਼ੇ ਦੇ ਹਾਲਤ ਦੇ ਵਿੱਚ ਮੁਬਾਸ਼ਰਤ ਵਾਲੀ ਹਦੀਸ ਸ਼ਰੀਫ ਹੈ, ਇਹਨੇ ਆਪਣੇ ਕੋਲੋਂ ਇਹ ਵਿੱਚ ਲਫ਼ਜ਼ ਲਾ ਕੇ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਕੋ ਨਊਜ਼ ਬਿल्ला ਅਸਤਗਫਿरुल्लाह ਸਬਰ ਨਹੀਂ ਸੀ ਕਰ ਸਕਦੇ ਤੇ ਰੋਜ਼ੇ ਦੇ ਵਿੱਚ ਉਹ ਮੁਬਾਸ਼ਰਤ ਕਰ ਲੈਂਦੇ ਸੀ। ਹਾਲਾਂਕਿ ਉਸੇ ਹਦੀਸ ਸ਼ਰੀਫ ਦੇ ਵਿੱਚ ਹਜ਼ਰਤ ਆਇਸ਼ਾ ਸਿੱਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦਾ ਆਪਣਾ ਕੌਲ ਮੌਜੂਦ ਹੈ ਕਿ ਮੈਂ ਆਪਣੇ ਨਫਸ ਤੇ ਕਾਬੂ ਪਾਉਣ ਵਾਲਾ ਜਿਹੜਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਤੋਂ ਵੱਧ ਕੋਈ ਇਨਸਾਨ ਹੈ ਹੀ ਨਹੀਂ ਜਿਹੜਾ ਆਪਣੇ ਨਫਸ ਤੇ ਕਾਬੂ ਪਾਉਂਦਾ ਹੋਵੇ, ਇੰਨਾ ਕਾਬੂ ਜਿਹਨੂੰ ਹੋਏ ਆਪਣੇ ਨਫਸ ਤੇ, ਆਪਣੀ ਖਾਹਿਸ਼ ਤੇ। ਤੇ ਇਹਨੇ ਜਿਹੜਾ ਬੰਦਾ ਆਪਣੇ ਕੋਲ ਲਫ਼ਜ਼ ਐਡ ਕਰਕੇ ਕਿ ਜੀ ਉਹਨਾਂ ਨੂੰ ਤੇ ਆਪਣੇ ਖਾਹਿਸ਼ ਤੇ ਨਊਜ਼ ਬਿल्ला ਕੰਟਰੋਲ ਨਹੀਂ ਸੀ ਆਇਆ, ਰੋਜ਼ੇ ਦੀ ਹਾਲਤ ਦੇ ਵਿੱਚ ਮੁਬਾਸ਼ਰਤ ਕਰ ਲੈਂਦੇ ਸੀ, ਹਾਲਾਂਕਿ ਉਹ ਤੇ ਜਾਇਜ਼ ਹੈ। ਤੇ ਇਹ ਤੁਹਾਨੂੰ ਨਹੀਂ ਲੱਗਦਾ ਕਿ ਬੰਦੇ ਸਰੀ ਜਾਂ ਤਾਂ ਹਦੀਸ ਦੇ ਵਿੱਚ ਗੱਲ ਲਿਖੀ ਹੋਏ ਤੇ ਚਲੋ ਤੁਸੀਂ ਕਰੋ, ਇੱਕ ਗੱਲ ਮੌਜੂਦ ਨਹੀਂ ਆਪਣੀ ਤਰਫੋਂ ਐਡ ਕਰਕੇ। ਹੁਣ ਅਸੀਂ ਮਿਰਜ਼ਾ ਸਾਹਿਬ ਦੇ ਬਾਰੇ ਕੋਈ ਆਪਣੀ ਤਰਫੋਂ ਗੱਲ ਐਡ ਕਰੀਏ ਇੰਜ ਦੀ, ਕੀ ਕਹਿਣਗੇ ਤੁਸੀਂ ਕਿ ਠੀਕ ਹੈ ਮੈਂ ਉਤੋਂ ਵੇਖ ਕੇ ਪੜ ਰਿਹਾ ਜਾਂ ਉਹ ਗੁਸਤਾਖੀ ਕਰ ਰਿਹਾ ਮੈਂ? ਇਹ ਕੋਈ ਹੈ ਨਹੀਂ ਤੁਹਾਡੀ ਜਮਾਤ ਜਿਹੜਾ ਇਹਨਾਂ ਲੋਕਾਂ ਨੂੰ ਸਮਝਾਏ? ਫਰਮ ਇਸ ਗੱਲ ਦੀ ਯਕੀਨ ਹੁੰਦਾ ਹੈ। ਔਰ ਮੈਂ ਤੁਸੀਂ ਬੇਸ਼ੱਕ ਮੇਰਾ ਰਿਕਾਰਡ ਦੇਖ ਲਓ, ਕਦੀ ਵੀ ਇਹਨਾਂ ਇਸ਼ੂਜ਼ ਦੇ ਉੱਤੇ ਮੇਰਾ ਧਿਆਨ ਹੀ ਨਹੀਂ ਹੁੰਦਾ। ਮੈਂ ਮਜ਼ਹਬ ਨੂੰ ਇਸ ਮਾਮਲੇ ਦੀ ਆਪਣਾ ਮਜ਼ਾਜ ਹੈ, ਮੈਂ ਇਸ ਲਿਹਾਜ਼ ਨਾਲ ਸੋਚਦਾ ਹੀ ਨਹੀਂ, ਨਾ ਹੀ ਦੇਖਣਾ ਵਾ। ਅਕਾਇਦ ਨੂੰ ਦੇਖਣਾ ਇਸੇ ਵਾਸਤੇ ਮੈਂ ਆਪਣੇ ਜਿਹੜਾ DP ਦਾ ਨਾਮ ਹੀ ਅਕਾਇਦ ਔਰ ਅਕੀਦਤ ਰੱਖਿਆ ਹੈ
ਅਕਾਇਦ 'ਤੇ ਫੋਕਸ ਕਰਨਾ ਚਾਹੀਦਾ ਹੈ। ਜਿਹੜੀਆਂ ਬਾਕੀ ਜ਼ਾਤੀਆਤ 'ਤੇ ਗੱਲਾਂ ਹੁੰਦੀਆਂ ਨੇ ਕਿਸੇ ਵੀ ਸ਼ਖਸੀਅਤ, ਚਾਹੇ ਉਹ ਅੰਬੀਆ ਹੋਣ ਜਾਂ ਬਾਕੀ ਬਜ਼ੁਰਗਾਨ, ਉਹ ਫਿਰ ਉਹਦਾ ਮਾਮਲਾ ਜਿਹੜਾ ਮੁਖਤਲਿਫ ਹੀ ਹੁੰਦਾ ਹੈ ਔਰ ਉਹਦੇ ਨਤਾਇਜ ਵੀ ਦਰੁਸਤ ਨਹੀਂ ਨਿਕਲਦੇ। ਤੇ ਇਸ ਵਜ੍ਹਾ ਤੋਂ ਮੇਰਾ ਤੇ ਬੜਾ ਇਸ ਬਾਰੇ ਫਰਮ ਯਕੀਨ ਉਹ ਹੈ। ਤੇ ਚਲੋ ਠੀਕ ਹੈ ਤੁਹਾਡਾ, ਲੇਕਿਨ ਇਹੋ ਜਿਹੇ ਬੰਦੇ ਦਾ ਬੰਦੇ ਦੇ ਬਾਰੇ ਤੁਹਾਡਾ ਕੀ ਖਿਆਲ, ਤੁਸੀਂ ਕੀ ਕਹਿਣਗੇ ਫੁਰਕਾਨ ਫੌਜ ਦੇ ਬਾਰੇ? ਤੁਸੀਂ ਉਹਨੂੰ ਕੰਡੈਮ ਕਰੋਗੇ ਜੋ ਕਰ ਰਿਹਾ? ਕਰਾਂ ਦਾ ਕੁਝ ਦਿਨ ਜਾਣ ਤੇ ਅਬਜ਼ਰਵ ਕਰਾਂਗੇ, ਫਿਰ ਪਤਾ ਚੱਲੇਗਾ, ਕਿਉਂਕਿ ਮੈਂ ਉਹਨਾਂ ਦੀ ਬਰਾੜ ਤੇ ਇਹ ਤੱਕ ਉਸ ਤਰ੍ਹਾਂ ਨਹੀਂ ਗਿਆ, ਨਾ ਹੀ ਕੋਈ ਇਸ ਤਰ੍ਹਾਂ ਦੀ ਅਬਜ਼ਰਵ ਕੀਤਾ। ਆਹੋ ਤੁਸੀਂ ਖੁਦ ਜਾ ਕੇ ਸੁਣ ਲੈਣਾ, ਤੁਹਾਨੂੰ ਲੱਗ ਜਾਏਗਾ ਪਤਾ। ਫਿਰ ਜਾ ਭਾਈ ਇਹ ਸੁਣਿਆ ਜੇ ਜ਼ਰਾ ਮੌਲਵੀ ਸਾਹਿਬ ਸੁਣਿਆ ਜੀ। अभी आपको मसला दिखाते हैं ना। मसला वो ये है कि आप ही के सरकारी मुसलमान वो कह रहे हैं कि वो इतनी पसंद थी तौबा अस्तगफुरुल्लाह नाउज़ुबिल्लाह, तौबा अस्तगफुरुल्लाह नाउज़ुबिल्लाह, नकले कुफ्र नपाशिद। मैं ये रिकॉर्ड भी कर रहा हूँ, मेरी ऑडियो इस्तेमाल ना करे। नकले कुफ्र नपाशिद वो कहते हैं कि हैज में भी वो सब्र नहीं कर सकते थे, इतनी औरतें पसंद थी। किसने कहा है ये चीज? किसने कहा है हैज में नहीं सब्र कर सकते थे? ये आपके सरकारी मुसलमान कहते हैं। मौलवी साहब, अगर ये लफ्ज़ कि हैज़ में भी औरतें सब्र नहीं कर सकती, अल्लाह के नबी सब्र, नाउज़ बिल्ला या सुम्मा नाउज़ बिल्ला, मेरे मुंह दे विच खाक, अगर ये लफ्ज़ कढ़ लियावे फुरकान, मैं अपना WhatsApp नंबर, अपने घर का एड्रैस, सारा कुछ दे दिंदा वा। 2000 पाउंड इनाम देंगा मैं। दुनिया का जिहड़ा बंदा ये लफ्ज़ कढ़ लियावे फुरकान, कहते ना जो तुसीं किताब दे विच, वो किताब मैं वो सफ़ा पूरा पढ़िया है, तो अगे भी सफ़ा पढ़िया, तो पिछे भी सफ़ा पढ़िया, जिथे उन्हें बकवास की है उत्थे अगर ये लफ्ज़ मौजूद हो। 2000 पाउंड इनाम है फुरकान नूं, जिहड़ा बंदा भी कढ़ लियावे लफ्ज़, मैं अपने घर बुलावांगा, रोटी भी खवावांगा, इनाम भी देंगा। उस लानती खबीस ने तहकीक नहीं की। ਇਹਦੇ ਨਾਲ ਦੇ ਜਿਹੜੇ ਨੇ ਖਬੀਸ, ਮੈਂ ਕੋ ਖਬੀਸ ਇਸ ਕਹਿ ਰਿਹਾ, ਸਾਡੇ ਨਬੀ ਦੇ ਬਾਰੇ ਚ ਭੌਂਕਦੇ ਨੇ, ਉਹ ਗਲਤ ਭੌਂਕਦੇ ਨੇ, ਕਿਉਂਕਿ ਤੁਹਾਡੇ ਸਾਡੇ ਦਰਮਿਆਨ ਕਾਮਨ ਪਰਸਨੈਲਿਟੀ ਹੈ। ਉਹ ਤੁਹਾਡਾ ਦਾਵਾ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੋਂ ਵੱਡੀ ਜ਼ਾਤ ਹੈ ਅੱਲਾਹ ਦੇ ਰਸੂਲ ਦੀ। ਉਹ ਇਹ ਬੁਖਾਰੀ ਦੀ ਹਦੀਸ ਤੇ ਇਹਨਾਂ ਦਾ ਇਤਰਾਜ਼, ਮੁਸਲਿਮ ਦੀ ਹਦੀਸ ਤੇ ਇਹਨਾਂ ਦਾ ਇਤਰਾਜ਼, ਨਸਾਈ ਦੀ ਹਦੀਸ ਤੇ ਇਹਨਾਂ ਦਾ ਇਤਰਾਜ਼। ਕੁਰਾਨ ਪੜ੍ਹਦੇ ਨਹੀਂ ਹੈਗੇ ਤੇ ਲਫ਼ਜ਼ ਇਹ ਨਸਾ ਦਾ ਮਤਲਬ ਤੇ ਔਰਤ ਹੁੰਦਾ ਹੈ, ਨਸਾ ਦਾ ਮਤਲਬ ਤੇ ਬੀਵੀ ਹੁੰਦਾ ਹੀ ਨਹੀਂ। ਲਾਂਤਿਓ, ਕੁਰਾਨ ਪੜ੍ਹਿਆ ਹੁੰਦਾ, ਤਰਜਮਾ ਪੜ੍ਹਿਆ ਹੁੰਦਾ, ਹਦੀਸਾਂ ਪੜ੍ਹੀਆਂ ਨੇ, ਤਾਂ ਤੁਹਾਨੂੰ ਪਤਾ ਲੱਗਦਾ ਵੀ ਕਿਹਦਾ ਕੀ ਮਤਲਬ ਹੈ। ਉਹ ਕਹਿੰਦਾ ਹੈ ਕਿ ਹੈਜ਼ ਇਹ ਲਫ਼ਜ਼ ਕੱਢ ਕੇ ਲਿਆ ਕੇ ਵਿਖਾਵੇ ਹੁਣ ਮੈਨੂੰ ਫੁਰਕਾਨ। ਬਿਲਾਲ ਭਾਈ, ਮੈਂ ਟਵਿੱਟਰ ਉੱਤੇ, ਫੇਸਬੁੱਕ ਉੱਤੇ, YouTube ਤੇ ਐਸੀਆਂ ਉਹ ਇਤਰਾਜ਼ਾਤ ਸੁਣੀਦੇ ਨੇ, ਪੜ੍ਹੀਦੇ ਨੇ, ਤੇ ਮੈਂ ਤੇ ਠੀਕ ਹੈ, ਬੰਦੇ ਜਿਹੜੇ ਨੇ ਉਹ ਲਗੇ ਫਿਰਦੇ ਨੇ। ਮੌਲਵੀ ਸਾਹਿਬ ਜਿਨਨੇ ਇਤਰਾਜ਼ ਕੀਤਾ ਤੁਸੀਂ ਸਾਡੇ ਸਾਹਮਣੇ ਪੇਸ਼ ਕਰੋ। ਤੁਹਾਨੂੰ ਮੈਂ ਕਿਹਾ ਕਿ ਮੈਂ ਲਾ ਇਲਾਹਾ ਇਲlallah ਮੁਹੰਮਦ ਰਸੂਲੁल्लाह। ਮੌਲਵੀ ਸਾਹਿਬ ਨਾਲੇ ਇਹ ਵੀ ਗੱਲ ਹੈ ਨਾ, ਤੁਹਾਡੇ ਬਕਾਇਆ ਬੰਦੇ ਵੀ ਜਾ ਕੇ ਉੱਥੇ ਬਹਿੰਦੇ ਨੇ, ਡਿਫੈਂਡ ਕਰਦੇ ਨੇ, ਮਸਲਾ ਵੀ ਤੇ ਹੈ ਨਾ। ਹਰ ਬੰਦੇ ਦਾ ਆਪਣਾ ਕੀਦਾ ਹੈ, ਉਹ ਰੱਖੇ ਪਿਆ ਸਾਡੇ। ਮੌਲਵੀ ਸਾਹਿਬ ਜਿਹੜਾ ਇਹੋ ਜਿਹੇ ਬੰਦੇ ਨੂੰ ਡਿਫੈਂਡ ਕਰੇ ਉਹ ਕੀ ਹੈ? ਮੈਂ ਕਿਸੇ ਨੂੰ ਡਿਫੈਂਡ ਨਬੀ ਦੇ ਕਰਦਾਰ ਕੁਸ਼ੀ ਕਰਨ ਵਾਲੇ ਲਾਂਤੀ ਮਲੂਨ ਖਬੀਸ ਨੂੰ ਡਿਫੈਂਡ ਕਰਿਓ ਕੀ ਹੈ? ਮੈਨੂੰ ਜਵਾਬ ਦਿਓ। ਕਿਹਨੂੰ ਮੈਂ ਡਿਫੈਂਡ ਕੀਤਾ ਵੇ? ਮੁੰਤੇ ਤੁਹਾਡੀ ਤਾਂ ਮੈਂ ਗੱਲ ਨਹੀਂ ਮੈਂ ਤੁਹਾਡੀ ਗੱਲ ਨਹੀਂ ਮੈਂ ਤੁਹਾਡੀ ਗੱਲ ਨਹੀਂ ਕੀਤੀ, ਅੱਲਾ ਦੀ ਕਸਮ ਹੈ। ਮੈਂ ਕਹਾ ਜਿਹੜਾ ਬੰਦਾ ਡਿਫੈਂਡ ਕਰੇ ਉਹਨੂੰ ਨਹੀਂ, ਜਿਹੜਾ ਬੰਦਾ ਡਿਫੈਂਡ, ਇਹਦਾ ਮਤਲਬ ਉਹਦਾ ਵੀ ਅਕੀਦਾ ਨਹੀਂ। ਜਿਹੜਾ ਮਿਰਜ਼ਾ ਸਾਹਿਬ ਨੂੰ ਗਾਲਾਂ ਕੱਢਣ ਵਾਲਾ ਹੋਵੇ ਇੱਕ ਬੰਦਾ, ਉਹਨੂੰ ਜਿਹੜਾ ਡਿਫੈਂਡ ਕਰੇ ਉਹ ਕੀ ਹੈ? ਚਲੋ ਇਹ ਦੱਸੋ। ਮੈਂ ਉਹੀ ਕਹਿ ਰਿਹਾ ਨਾ ਕਿ ਉਹਦਾ ਵੀ ਫਿਰ ਅਕੀਦਾ ਉਹਦੇ ਨਾਲ ਦੀ ਮਲੂਨ ਹੈ ਵੇ, ਮਲੂਨ ਹੈ ਵੇ, ਜ਼ਾਹਿਰ ਹੈ ਜਿਹੜਾ ਬੰਦਾ ਇਹ ਕਿਸੇ ਦੀ ਜਿਹੜਾ ਨਬੀ ਦੇ ਬਾਰੇ ਜਿਹੜਾ ਮਿਰਜ਼ਾ ਸਾਹਿਬ ਦਾ ਵੀ ਡਿਫੈਂਡ ਕਰਦਾ, ਉਹਦਾ ਵੀ ਬੰਦੇ ਦੇ ਬਾਰੇ ਚ ਬਕਵਾਸ ਕਰੇ, ਉਹ ਤੋਂ ਵੱਡਾ ਮਲੂਨ, ਉਹ ਤੋਂ ਵੱਡਾ ਖਬੀਸ ਇਸ ਤਰ੍ਹਾਂ ਹੀ ਹੈ। ਉਹ ਸਰ ਜੀ ਮੇਰੀ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ, ਮੈਂ ਕੀ ਤੁਹਾਨੂੰ ਦੱਸਿਆ ਵੇ ਕਿ ਉਹਦਾ ਵੀ ਫਿਰ ਅਕੀਦਾ ਉਹੀ ਹੈ ਜਿਹੜਾ ਬੰਦਾ ਜਿਹੜਾ ਉਹ ਖਬੀਸ ਹੈ ਵੇ ਕਿ ਨਹੀਂ ਹੈ? ਖਬੀਸ ਆਦਮੀ ਹੈ ਵੇ ਨਾ? ਉਹ ਤੁਸੀਂ ਜੋ ਮਰਜ਼ੀ ਹਲਕਾ ਬਾਤ ਦਿਓ। ਮਿਰਜ਼ਾ ਸਾਹਿਬ ਨੇ ਤਾਂ ਬੜੀ ਛੇਤੀ ਕਹਤਾ ਆਹੋ, ਤੇ ਹੁਣ ਕੀ ਹੋ ਗਿਆ ਯਾਰ? ਇਹਦੇ ਚ ਮੈਂ ਉਹਨੂੰ ਕਹਿ ਵੀ ਦਿਆਂ ਖਬੀਸ, ਚਲੋ ਮੈਂ ਕਹਿ ਦਿੰਦਾ ਵਾਂ, ਹੈ ਨਾ ਖਬੀਸ, ਮੰਨੋ ਨਾ ਖਬੀਸ ਹੈ ਵੇ। ਹਾਂਜੀ ਹਾਂ, ਬਸ ਇਹੀ ਗੱਲ ਤੁਹਾਡੀ ਕੋਲ ਬਣਾਉਣੀ। ਲੇਕਿਨ ਜਿਹੜਾ ਤੁਸੀਂ ਮਨੋਂ ਵਿੱਚ ਇਸ ਤਰ੍ਹਾਂ ਇੱਕ ਅਥਾਰਟੀ ਬਣਾ ਰਹੇ ਹੋ ਨਾ, ਮੇਰੀ ਤੁਹਾਨੂੰ ਇਸ ਕਰਕੇ ਅਥਾਰਟੀ ਬਣਾ ਰਿਹਾ ਕਿ ਜਦੋਂ ਮੈਂ ਮੇਰੇ ਸਾਹਮਣੇ ਤੁਸੀਂ ਲਿਆਓਗੇ ਨਾ ਕਿ ਫਲਾਣੇ ਤੁਹਾਡੇ ਬਾਬੇ ਨੇ ਗੱਲ ਕੀਤੀ, ਮੈਂ ਤੁਹਾਡੇ ਸਾਹਮਣੇ ਕਹਾਂਗਾ ਖਬੀਸ ਕਿੱਦਾਂ ਹੈ, ਤੁਹਾਡੇ ਸਾਹਮਣੇ ਲੈ ਕੇ ਆਓ। ਸਹੀ ਹੈ। ਮੈਂ ਕੋ ਮੁਕਰਨ ਵਾਲਾ ਬੰਦਾ ਵਾਂ? ਮੈਂ ਨਬੀ ਦਾ ਕਲਮਾ ਪੜਿਆ ਕਿ ਮੈਂ ਕਿਸੇ ਹੋਰ ਦਾ ਕਲਮਾ ਪੜਿਆ ਵਾ? ਤੁਹਾਡੀ ਤੇ ਮੇਰੀ ਗੱਲ ਹੈ, ਅਸੀਂ ਹੁਣ ਇਹ ਚਸਪਾ ਨਹੀਂ ਕਰ ਸਕਦੇ ਕਮਿਊਨਿਟੀਜ਼ ਤੋਂ, ਤੇ ਮੂਮੀ ਨਹੀਂ ਬਣਾ ਸਕਦੇ, ਐਂ ਦੀ ਗੱਲ ਹੋਣੀ ਚਾਹੀਦੀ ਹੈ। ਮੇਰਾ ਇਹ ਮੌਕਫ ਹੈ। ਮੈਂ ਕਮਿਊਨਿਟੀ ਨੂੰ ਤਾਂ ਨਹੀਂ ਕਰ ਰਿਹਾ ਟਾਰਗੇਟ, ਮੈਂ ਕਰ ਰਿਹਾ ਵਾਂ ਫੁਰਕਾਨ ਨੂੰ ਔਰ ਫੁਰਕਾਨ ਦੇ ਸਪੋਰਟਰਸ ਨੂੰ, ਜਿਹੜੇ ਉੱਥੇ ਬਹਿ ਕੇ ਗਾਲੀ ਦਿੰਦੇ ਆ ਔਰ ਸਪੋਰਟ ਕਰਦੇ ਕਿ ਫੁਰਕਾਨ ਨਾ ਥੱਲੇ ਵੀ ਇੱਕ ਲਿਖ ਰਿਹਾ ਇਸ ਫੁਰਕਾਨ जिंदाबाद। राणा असद साहब के वो अल्फाज किसी शिया रिजवी शिया के थे, फुरकान ने सबूत के साथ साबित किया था। ਕੱਢ ਕੇ ਲਿਆਓ ਇਹਨੂੰ, ਕੋ ਇਹ ਕੱਢ ਲਿਆਵੇ। सही। ਉਹ ਇਬਨ ਕਯੀਮ ਦੀ ਕਿਤਾਬ ਤੇ ਬਕਵਾਸ ਕੀਤੀ ਉਹਨੇ, ਉੱਥੇ ਲਫ਼ਜ਼ ਹੀ ਨਹੀਂ ਮੌਜੂਦ। ਜਨਾਬ ਫਿਰ ਆਮਰ ਸਾਹਿਬ ਵੀ ਆ ਗਏ ਨੇ, ਆਮਰ ਸਾਹਿਬ ਨਾਲ ਗੱਪਸ਼ਪ ਲੱਗਦੇ ਮਜ਼ਾ ਆਉਂਦਾ, ਤੇ ਹੁਣ ਫਿਰ ਕਿਸੇ ਗੱਲ ਠੀਕ ਹੈ ਜੀ, ਠੀਕ ਹੈ, ਆ ਗਏ ਨੇ ਮਹਿਮਾਨ, ਇਨਸ਼ਾਅੱਲਾ ਬਾਤ ਹੁੰਦੀ।
अस्सलाम वालेकुम। वालेकुम अस्सलाम। मैं सिर्फ ਤੁਹਾਡੇ ਨਾਲ ਇਹਨਾਂ ਲਫ਼ਜ਼ਾਂ ਦੀ ਵਜ੍ਹਾ ਤੋਂ ਆਇਆ ਜਿਹੜੇ ਤੁਸੀਂ ਬੋਲੇ ਨੇ ਨਾ ਕਿ ਭਾਈ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਪਰਸਨੈਲਿਟੀ ਸਾਡੇ ਤੁਹਾਡੇ ਦਰਮਿਆਨ ਕਾਮਨ ਹੈ। ਇਹ ਲਫ਼ਜ਼ ਵਾਪਸ ਬਦਲੋ। ਜੀ ਜੀ ਅਹਿਮਦ ਭਾਈ ਉਹ ਮੈਂ ਸਿਰਫ ਇਸ ਕਰਕੇ ਗੱਲ ਕੀਤੀ ਹੈ ਕਿ ਇਹ ਜੋ ਕਹਿੰਦੇ ਆ ਕਿ ਅਸੀਂ ਨਬੀ ਨੂੰ ਮੰਨਦੇ ਆ ਤੇ ਫਿਰ ਤੁਸੀਂ ਉਸ ਨਬੀ ਦੇ ਬਾਰੇ 'ਚ ਇੰਨਾ ਜ਼ਿਆਦਾ ਮਤਲਬ ਮੁਗਲਜ਼ਾਤ ਔਰ ਬਕਵਾਸ ਬਕਦੇ ਜੇ ਤੇ ਉਤੋਂ ਕਹਿੰਦੇ ਜੇ ਕਿ ਇਹ ਸਹੀ ਹਦੀਸ ਜਿਹੜੀ ਹੈ ਜਿਹੜੀ ਬੁਖਾਰੀ 'ਚ ਵੀ ਰਵਾਇਤ ਹੈ ਤਬਰਾਨੀ 'ਚ ਵੀ ਹੈ ਔਸਤ ਤਬਰਾਨੀ ਨੇ ਵੀ ਇਹ ਨਕਲ ਕੀਤੀ ਹੈ ਨਸਾਈ 'ਚ ਵੀ ਹੈ ਤੁਸੀਂ ਉਸ ਹਦੀਸ ਦੇ ਉੱਤੇ ਇਤਰਾਜ਼ ਚੁੱਕਦੇ ਜੇ ਕੁਰਾਨ ਦੇ ਵਿੱਚ ਜਿਹੜੀ 14 ਨੰਬਰ ਸੂਰਤ ਹੈ ਉਹ ਵੀ ਮੈਂ ਸੁਣਾਈ ਉਹ ਇਸ ਕਰਕੇ ਮੈਂ ਕਿਹਾ ਵੇ ਚਲੋ ਮੈਂ ਵਾਪਸ ਲੈ ਲੈਣਾ ਵਾ ਮੈਂ ਆਪਣੀ ਲਫ਼ਜ਼ ਵਾਪਸ ਲੈਣਾ ਲੇਕਿਨ ਮੈਂ ਸਿਰਫ ਇਸ ਹਵਾਲੇ ਨਾਲ ਕਿਹਾ ਸੀ ਕਿ ਤੁਸੀਂ ਜੋ ਕਹਿੰਦੇ ਜੇ ਵੀ ਕਾਮਨ ਅਸੀਂ ਮੰਨਦੇ ਹਾਂ। ਇਹ ਕਹਿੰਦੇ ਨੇ ਕਿ ਸਾਡੇ ਤੁਹਾਡੇ ਦਰਮਿਆਨ ਕਾਮਨ ਨੇ ਹਕੀਕਤ ਇਹ ਵੀ ਕਿ ਇਹ ਉਹਨਾਂ ਨੂੰ ਨਹੀਂ ਮੰਨਦੇ। ਜਿਹੜਾ ਬੰਦਾ ਮੰਨਦਾ ਹੋਵੇ ਉਹਨਾਂ ਨੂੰ ਉਹ ਐਡੇ ਗਿੱਲੇ ਅਲਫਾਜ਼ ਸੁਣ ਕੇ ਤੇ ਇਸ ਤਰ੍ਹਾਂ ਰਿਲੈਕਟੈਂਟ ਨਹੀਂ ਹੁੰਦਾ। ਤੁਸੀਂ ਵੇਖ ਹੀ ਲਿਆ ਕਿੰਨੀ ਮੁਸੀਬਤ ਬਣ ਗਈ ਸੀ। ਕੋਈ ਨਹੀਂ ਕਹਿਣਾ ਚਾਹੁੰਦੇ ਕਿ ਬਈ ਇਹ ਬੜਾ ਮਲੂਨ ਤੇ ਲਾਨਤੀ ਸ਼ਖਸ ਹੈ ਜਿਹੜਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਐਡੇ ਬੇਹੂਦਾ ਅਲਫਾਜ਼ ਪਾ ਬੋਲਦਾ ਔਰ ਕੋਲੋਂ ਪਿਆ ਬੋਲਦਾ ਬਿਲਕੁਲ ਕੋਈ ਉਹਦੇ ਕੋਲ ਬੁਨਿਆਦ ਨਹੀਂ ਕੋਈ ਉਹਦੇ ਕੋਲ ਦਲੀਲ ਨਹੀਂ। जी अहमद भाई ਇਸ ਗੱਲੇ ਇਹ ਸਾਰਿਆਂ ਨਾਲੋਂ ਵੱਡੀ ਜਿਹੜੀ ਹੈ ਨਾ ਗਲਤ ਗੱਲ ਤੇ ਮਾੜੀ ਗੱਲ ਤੇ ਅਫਸੋਸ ਵਾਲੀ ਗੱਲ ਹੁੰਦੀ ਹੈ ਜਦੋਂ ਅਲਫਾਜ਼ ਦਾ ਚੁਣਾਵ ਇਹੋ ਜਿਹਾ ਹੋ ਜਾਏ ਕਿ ਕਿਸੇ ਨੂੰ ਇਹ ਗਲਤ ਫਹਿਮੀ ਜਾਂ ਠੋਕਰ ਲੱਗ ਜਾਏ ਕਿ ਸ਼ਾਇਦ ਵਾਕਈ ਸਾਡੇ ਔਰ ਉਹਨਾਂ ਦੇ ਦਰਮਿਆਨ ਕੁਰਾਨ ਮੁਸ਼ਤਰਕ ਹੈ ਜਾਂ ਸਾਹਿਬ ਕੁਰਾਨ ਦੀ ਜ਼ਾਤ ਮੁਸ਼ਤਰਕ ਹੈ। ਸਾਡੇ ਤੇ ਉਹਨਾਂ ਦੇ ਦਰਮਿਆਨ ਇੱਕ ਕਾਗਜ਼ ਲੈ ਕੇ ਨਾ ਕਲਮ ਲੈ ਕੇ ਇਹ ਅਲਫਾਜ਼ ਰਹਿ ਲਿਖ ਲਓ ਸਾਡੇ ਤੇ ਮਿਰਜ਼ਾਈਆਂ ਦੇ ਦਰਮਿਆਨ ਕੁਝ ਵੀ ਮੁਸ਼ਤਰਕ ਨਹੀਂ ਕੁਝ ਵੀ। ਜਿਹਨੂੰ ਸ਼ੱਕ ਹੋਵੇ ਉਹ ਸਵਾਲ ਕਰ ਲਓ ਅੱਲਾ ਦੀ ਜ਼ਾਤ ਦੇ ਬਾਰੇ ਕੁਰਾਨ ਦੇ ਬਾਰੇ ਸਾਹਿਬ ਕੁਰਾਨ ਦੇ ਬਾਰੇ ਫਰਿਸ਼ਤੇ ਹਰ ਚੀਜ਼ ਸਾਡੀ ਉਹਨਾਂ ਨਾਲ ਵੱਖਰੀ। ਇਹ ਉਸ ਰੱਬ ਨੂੰ ਨਹੀਂ ਮੰਨਦੇ ਜਿਹੜੇ ਰੱਬ ਨੂੰ ਅਸੀਂ ਮੰਨਦੇ ਹਾਂ। ਇਹ ਉਸ ਨਬੀ ਨੂੰ ਨਹੀਂ ਮੰਨਦੇ ਜਿਹੜੇ ਨਬੀ ਨੂੰ ਅਸੀਂ ਮੰਨਦੇ ਹਾਂ। ਇਹ ਉਹਨਾਂ ਫਰਿਸ਼ਤਿਆਂ ਨੂੰ ਨਹੀਂ ਮੰਨਦੇ ਜਿਹਨਾਂ ਫਰਿਸ਼ਤਿਆਂ ਨੂੰ ਅਸੀਂ ਮੰਨਦੇ ਹਾਂ। ਜਿਹਨੂੰ ਨਾਂ ਲੈ ਲੈਣਾ ਕਾਫੀ ਨਹੀਂ ਹੁੰਦਾ। ਤੁਹਾਡਾ ਮਾਨ ਹੈ ਨਾ ਕਿ ਫਰਿਸ਼ਤੇ ਨਬੀ ਅਲੈਹਿਸਸਲਾਤੁ ਵਸਲਾਮ ਤੇ ਜਿਬਰੀਲ ਨਾਜ਼ਲ ਹੁੰਦੇ ਰਹੇ ਨੇ ਵਹੀ ਲੈ ਕੇ ਮੱਕੇ ਦੀ ਵਾਦੀ ਵਿੱਚ ਤੇ ਮਦੀਨੇ ਦੇ ਵਿੱਚ। ਬਿਲਕੁਲ 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 ਇੱਥੋਂ ਤੱਕ ਕਿ ਇੱਕ ਵਾਰੀ ਮਸਜਿਦ ਨਬਵੀ ਦੇ ਵਿੱਚ ਇੱਕ ਬੰਦਾ ਸਾਫ ਸੁਥਰਾ ਲਿਬਾਸ ਪਾਇਆ ਤੇ ਆ ਗਿਆ। ਮਾਈਕ ਤੇ ਗੜਬੜ ਸੀ ਉਹਨੂੰ ਥੱਲੇ ਲਾਇਆ ਤੇ ਹੁਣ ਕੌਣ ਉੱਤੇ ਆਇਆ। ਮੈਂ ਸਾਹਿਬ ਮਾਈਕ ਤੇ ਮਿਊਟ ਕਰ ਲਿਆ ਕਰੋ ਬਜ਼ੁਰਗੋ ਜਦੋਂ ਉੱਤੇ ਆਉਂਦੇ ਹੋ। अच्छा एक मिनट सिकंदर भाई हजरत उमर कहते ने रजी अल्लाह तआला नो भी बड़े साफ सुथरे कपड़े उन्हें पाए सी उजला लिबास। अमर भाई ਤੁਹਾਡੀ ਆਵਾਜ਼ ਸ਼ਾਇਦ ਤੁਸੀਂ ਖੁਦ ਨਹੀਂ ਨੋਟ ਕੀਤਾ। सिकंदर भाई जरा मैसेज मैं सुन लिया लिंक ਉਹਦਾ ਸੈਂਡ ਕਰ ਦਿਓ ਬਸ ਲਿੰਕ ਨਹੀਂ ਆ। ਅੱਛਾ ਉਹ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਨੇ ਉਹਨੇ ਬੜਾ ਉਜਲਾ ਲਿਬਾਸ ਪਾਇਆ ਸੀ
ਤੇ ਬੰਦਾ ਅਜਨਬੀ ਸੀ। ਕਹਿਣ ਲੱਗਾ ਯਾ ਰਸੂਲullah ਮੈਂ ਕਹਿੰਦੇ ਆ ਕੇ ਮਸਜਿਦ ਨਬੀ ਵਿੱਚ ਨਬੀ ਅਲੈਹਿਸ ਸਲਾਮ ਬੈਠੇ ਸਨ ਨਾ ਸਾਹਮਣੇ ਮਸਜਿਦ ਦੇ ਵਿੱਚ ਫਰਸ਼ ਉੱਤੇ, ਤੇ ਉਹ ਵੀ ਆ ਕੇ ਇਸ ਤਰ੍ਹਾਂ ਨਬੀ ਪਾਕ ਦੇ ਕੋਲ ਬਹਿ ਗਿਆ ਕਿ ਉਹ ਜਿਸ ਤਰ੍ਹਾਂ ਗੋਡਿਆਂ ਨਾਲ ਗੋਡੇ ਟੱਚ ਹੁੰਦੇ ਬਿਲਕੁਲ ਕਰੀਬ ਹੋ ਕੇ ਬਹਿ ਗਿਆ। ਤੇ ਕਹਿੰਦੇ ਨੇ ਮੈਂ ਕਿਹਾ ਬਈ ਬੰਦਾ ਤੇ ਅਜਨਬੀ ਲੱਗਦਾ ਹੈ, ਵਾਕਫ ਨਹੀਂ, ਲਿਬਾਸ ਬੜਾ ਸਾਫ ਸੁਥਰਾ ਹੈ, ਤੇ ਲਿਬਾਸ ਤੋਂ ਪਤਾ ਲੱਗਦਾ ਹੈ ਕਿ ਬੰਦਾ ਬਾਹਰੋਂ ਸਫ਼ਰ ਕਰਕੇ ਨਹੀਂ ਆਇਆ, ਮੁਸਾਫਰ ਨਹੀਂ ਹੈ, ਯਾਨੀ ਕੱਪੜਿਆਂ ਤੇ ਕੋਈ ਧੂੜ ਛੂੜ ਨਹੀਂ ਸੀ ਪਈ। ਤੇ ਜਿਸ ਵੇਲੇ ਉਹਨੇ ਸਵਾਲ ਕੀਤੇ ਨਬੀ ਅਲੈਹਿਸ ਸਲਾਮ ਨੂੰ ਈਮਾਨ ਕੀ ਹੈ, ਇਸਲਾਮ ਕੀ ਹੈ, ਮੁਸ਼ਕਾਤ ਦੀ ਪਹਿਲੀ ਹਦੀਸ ਹੈ ਜਿਹਦੇ 'ਚ ਇਹ ਲਫ਼ਜ਼ ਲਿਖੇ ਨੇ। ਜਿਹਦੇ ਵਿੱਚ ਕਿਆਮਤ ਦਾ ਸਵਾਲ ਵੀ ਕੀਤਾ ਗਿਆ ਹੈ, ਹਾਂ ਜਿਹਦੇ ਵਿੱਚ ਗਾਲਬਨ ਕਿਆਮਤ ਦਾ ਵੀ ਸਵਾਲ ਕੀਤਾ ਗਿਆ, ਤੇ ਉਹ ਕਹਿੰਦੇ ਕਿ ਮੈਂ ਨਹੀਂ ਜਾਣਦਾ ਜਿੰਨਾ ਸਾਹਮਣੇ। डेफिनेशन हो रही है कि ईमान वाले एक्चुअली है कौन। ईमान रखो अल्लाह और अल्लाह के रसूल पर। ਬਹਰਹਾਲ ਉਹ ਹੈ ਕਿ ਨਬੀ ਅਲੈਹਿਸਸਲਾਮ ਨੇ ਦੱਸਿਆ ਜਿਸ ਵੇਲੇ ਚਲੇ ਗਏ ਨਾ, ਤੇ ਤੁਮਰ ਕਹਿੰਦੇ ਨੇ ਅਸੀਂ ਹੈਰਾਨ ਸਾਂ ਕਿ ਸਵਾਲ ਵੀ ਕਰਦੇ ਨੇ, ਤੇ ਜਿਸ ਵੇਲੇ ਨਬੀ ਪਾਕ ਜਵਾਬ ਦਿੰਦੇ ਨੇ ਤੇ ਕਹਿੰਦੇ ਨੇ ਤੁਸੀਂ ਦਰੁਸਤ ਤਸਦੀਕ ਕਰਦੇ ਨੇ ਗੱਲ ਦੀ। ਇਹ ਚਲੇ ਗਏ ਤੇ ਅਸੀਂ ਪੁੱਛਿਆ ਯਾ ਰਸੂਲullah ਇਹ ਬੰਦਾ, ਬਲਕਿ ਨਬੀ ਅਲੈਹਿਸਸਲਾਮ ਖੁਦ ਫਰਮਾਇਆ ਜਾਣਦੇ ਹੋ ਬੰਦਾ ਕੌਣ ਸੀ? ਉਹਨਾਂ ਆਖਿਆ ਅੱਲਾਹ ਤੇ ਅੱਲਾਹ ਦੇ ਰਸੂਲ ਬਿਹਤਰ ਜਾਣਦੇ ਨੇ। ਆਪਨੇ ਫਰਮਾਇਆ ਜਬਰੀਲ ਸਨ, ਤੁਹਾਨੂੰ ਦੀਨ ਸਿਖਾਉਣ ਆਏ ਸਨ, ਯਾਨੀ ਦੀਨ ਦੇ ਬਾਰੇ ਜਿਹੜੇ ਸਵਾਲ ਪੇ ਕਰਦੇ ਸਨ। ਮੱਕੇ ਵਿੱਚ ਮਦੀਨੇ 'ਚ ਵੀ ਨਾਜ਼ਲ ਹੁੰਦੇ ਰਹੇ ਨੇ ਜਬਰੀਲ, ਇਨਸਾਨੀ ਸ਼ਕਲ 'ਚ ਵੀ ਆਏ ਨੇ, ਹਕੀਕੀ ਸ਼ਕਲ 'ਚ ਨਬੀ ਅਲੈਹਿਸਸਲਾਮ ਉਹਨਾਂ ਨੂੰ 2 ਵਾਰੀ ਵੇਖਿਆ। ਤੇ ਇਹ ਕਹਿੰਦੇ ਨੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਕਹਿੰਦਾ ਕਿ ਫਰਿਸ਼ਤੇ ਕਿਸ ਤਰ੍ਹਾਂ ਨਾਜ਼ਲ ਹੋ ਸਕਦੇ ਨੇ, ਉਹ ਤੇ ਆਪਣੀ ਜਗ੍ਹਾ ਛੱਡਦੇ ਹੀ ਨਹੀਂ ਹੈ ਅਸਮਾਨ ਤੋਂ। ਮੱਕੇ ਦੀ ਵਾਦੀ ਵਿੱਚ 12,000 ਮੋਤੀਆਂ ਦੇ ਪਰਾਂ ਵਾਲਾ ਫਰਿਸ਼ਤਾ ਕਿਸ ਤਰ੍ਹਾਂ ਨਾਜ਼ਲ ਹੋ ਸਕਦਾ। لہٰذا ہر چیز انہیں مختلف ہے، فرشتے کے، انسان کے، نبی کے، خدا، قرآن، ہر چیز مختلف، کچھ بھی ساڈے تو انہوں کے درمیان کامن نہیں۔ بس یہ میں کہنا سی۔ ایک منٹ ایک سپیس ہے تو سننا میں ذرا گل۔ ਅਮਰ ਨਜ਼ੀਰ ਭਾਈ ਇੱਥੇ ਚਲਾ ਦਿਓ, ਉਹ ਵੀ ਚੱਲ ਅਸੀਂ ਵੀ ਸੁਣ ਲਈਏ, ਜੇ ਕੋਈ ਹੈ ਕੋਈ ਗੱਲ ਤਾਂ ਫਿਰ ਜਾਈਏ ਉਧਰ। ਖੁਸਰੇ ਜੇ ਜਿਸ ਤਰ੍ਹਾਂ ਆਉਂਦੇ ਨੇ ਵੀ ਉਹ ਖੱਸੀ ਜੇ ਮੁਸਲਮਾਨ ਲੱਗਦੇ ਨੇ। नहीं मुझे आवाज नहीं आ रही, लेकिन चले वो जवाब दे दें फिर आमिर भाई कादियानियां दी ब्रॉड है। आपको रिश्ते में भेज के दोबारा अच्छा ਹਾਂ ਹੋਸਟ ਜਿਹੜਾ ਨਾ ਉਹਦਾ ਮੈਂ ਐਕਸ ਅਕਾਊਂਟ 'ਚ ਆ ਕੇ ਵੇਖਿਆ ਵੇ, ਉਹ ਕਾਦੀਆਨੀ ਆ, ਜਿਹੜੀ ਉਹਨੇ ਉੱਤੇ ਪੋਸਟਾਂ ਪਾਈਆਂ ਨੇ ਨਾ ਟਵਿੱਟਰ ਹੈਂਡਲ ਦੇ ਉੱਤੇ। एक मिनट खालिद गुरसी के तस्वीर गुनाहगार लोग हैं, कोई बंदा ना अकीदा तो खैर जरूरी है, लेकिन ये कोई ना कोई मामला से छूट जाए तो वो ईमान वालों की कैटेगरी से बाहर निकल जाता है। वो किसी एक चीज का भी इनकार, ठीक है, वमन यकफुर बिल्लाहि व मलाइकतिहि व कुतुबिहि व रुसुलिहि वल यौमिल आखिर फकद दलालन बईदा। तो ये एक भी चीज का इनमें से इनकार, तो आगे बताया कि क्या होगा, आपको जलालत में डाल देता है। तो आप ठीक दीन से या अय्युहल्लज़ीना आमनू की कैटेगरी में नहीं आते फिर आप। लेकिन अगर नहीं आते तो फिर उन्हीं से क्यों बात की जा रही है? मेरा सवाल ये है ना कि या अय्युल मोमिनून में से देखें इंसानों के अंदर ये वरना ये 3-4 मज़ाहिब के डिफरेंट मज़ाहिब के नाम क्यों दिए गए हैं? उसका मतलब यही होगा डिफरेंट मज़ाहिब नहीं है। अल्लाह तबारक व तआला ने इरशाद फरमाया, अगर आप इसकी अगली आयत भी देख लेंगे ना तो आपको बहुत ज्यादा डिफरेंट नहीं है। उस्मान भाई इस बात पे स्टिक रहिएगा, आपने अभी कहा कि ये नहीं है, सब हज़रत इब्राहिम को मानते हैं, तो हम अगर देखा जाए तो ये फिर ये जो हमारे अहमदी बहन भाई हैं ये हज़रत इब्राहिम की फॉलो कर रहे हैं, तो वो जो डिफरेंट से मतलब जो है एक भी बात नहीं मानता तो वो ईमान से खारिज हो जाता है। तो ये वहां पर ये बात नहीं लिखी, वहां पे ईमान लाने की एक शर्त लिखी है, लेकिन ईमान से खारिज होने की कोई शर्त नहीं लिखी कि किस तरह से ईमान से खारिज होता है। ओ भाई यार तो एक सेकंड बात करने वरना फिर वो कंफ्यूजन ज्यादा हो जाएगी। मैं सिर्फ कर रहा था कि वो उनको गुनाह का कुछ बात
کرتا ہے نا تو بندہ تو کسی یہ دیکھیں یہ ایک جو ہے یہ اسلام جو ہے یہ بہت سارے عقائد ہیں، مطلب عقائد اس طرح سے نہیں، بیسک فیتھ تو ایک ہی ہے، لیکن اس کے اندر بہت ساری ٹرمز ہیں، ان سب پر آپ کو ایمان لانا ضروری ہے اگر آپ نے مسلمان ہے، ان میں سے ان ٹرمز